ਸਾਹਿਬ ਜੀਓ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਹਮ ਮੇਰੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ। ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ। ਹਮ ਪਾਪੀ ਤੁਮ ਪਾਪ ਖੰਡਨ। ਨਿਕੋ ਠਾਕੁਰ ਦੇਸਾ। ਬਿਨਾ ਨ ਵਿਸਰੈ ਨਾਮ ਸੇਖ ਨੇਹਿਆ। ਭੇਦ ਨ ਜਾਨੋ ਮੂਲ ਸਾਈ ਜਿਹਾ। ਤੇਰੀ ਸਰਨ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ। ਰਾਖੋ ਸਰਮ ਅਸਾੜੀ ਜੀਓ। ਸੁਖਾਉ ਟਲ ਗੁਰ ਸੇਵੀਐ। ਅਹਦਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ। ਨੂਰ ਅਰਸੋ ਗੁਰ ਸਹੁ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤ ਸਿਰ ਸਾਹੈ ਸਾਹੋ। ਜਿਸ ਪਾਸ ਬੈਠਿਆ ਸਭਨਾ ਨਾਵੇ ਸਾਹੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ।
ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤੇਹਾ ਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਯੁਗੋ ਜਗ ਅਟਲ ਸ਼ਬਦ ਗੁਰੂ ਜਬਰ ਤਖਤ ਸ਼ਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀ ਜੋ ਜਹਾਂ ਹਰ ਪਦ ਮੇ ਰਖਿਅਤ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰਿਆਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਕਲਗੀਧਰ ਜੀ ਪੰਥ ਵਾਲੇ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਇਕਬਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇਵ ਦੇਵ ਕੇ ਤਮੀਨ ਮਰਦ ਅਗੁੜੇ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਕੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪ ਜੀ ਗੁਰ ਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਹਾਜ਼ਰੀ ਭਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਦੇ ਹਾਂ। ਸਾਹਿਬਾਂ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਗੁਰ ਸੰਗਤ ਵਿੱਚ ਬੈਠ ਕਰਕੇ ਸਾਹਿਬਾਂ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਗੁਰਦੀ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਸਥਾਨ 'ਤੇ ਲੜੀਵਾਰ ਤੁਰਕੀ ਬਾਣੀ ਦਰਗਾਹੀ ਅੰਮ੍ਰਿਤ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਡੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਕਲਿਆਣਕਾਰੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਡੇ 'ਤੇ ਕਿਰਪਾ ਕਰ ਰਹੇ ਹਨ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੇ ਵਿਚਾਰ ਦੇ ਨਾਲ ਸਾਂਝ ਪਾਈਏ। ਸਾਰੇ ਗੁਰਮੰਤਰ ਦਾ ਜਾਪ ਕਰੀਏ, ਜਪੀਏ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਗਰੀਬ ਨਵਾਜ ਜਗਤ ਗੁਰੂ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖ ਮੰਡਲ ਤੋਂ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਉਪਦੇਸ਼ ਸ੍ਰੀ ਰਾਗ ਦੇ ਅੰਦਰ ਅਸ਼ਟਪਦੀਆਂ ਰੂਪ ਦੇ ਵਿੱਚ ਪਾਵਨ ਛੇਵਾਂ ਸ਼ਬਦ ਹੈ, ਜਿਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਧਨ, ਮਾਧਿਅਮ, ਯੁਗਤ, ਢੰਗ, ਤਰੀਕਾ ਸਮਝਾਇਆ ਹੈ ਔਰ ਉਸ ਮਿਲਾਪ ਤੋਂ ਜੋ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ ਉਸ ਸੁਖ ਦਾ ਜ਼ਿਕਰ ਕੀਤਾ ਹੈ। ਪਹਿਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਇਉਂ ਪ੍ਰਤੀਤ ਹੋਵੇਗਾ ਕਿ ਜਿਵੇਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਮਨੁੱਖ ਨੂੰ ਤੀਰਥਾਂ ਤੇ ਵਾਸਾ ਕਰਨਾ ਚਾਹੀਦਾ ਹੈ, ਜਪ ਤਪ ਸੰਜਮ ਇਤਿਆਦਿ ਸਾਧਨੇ ਚਾਹੀਦੇ, ਅਪਣਾਉਣੇ ਚਾਹੀਦੇ ਹਨ। ਇਹ ਪੰਕਤੀ ਉਸੇ ਤਰ੍ਹਾਂ ਦੀ ਹੀ ਹੈ ਜਿਵੇਂ ਸਿੱਧ ਗੋਸ਼ਟ ਬਾਣੀ ਦੇ ਵਿੱਚ ਹੈ, ਤੀਰਥ ਲਾਈਐ ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ, ਗੋਰਖ ਪੁੱਤ ਲੋਹਾ ਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਬਾਹਰੀ ਦ੍ਰਿਸ਼ਟੀ ਨਾਲ ਵੇਖਿਆ ਇਹੋ ਹੀ ਜਾਪਦਾ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੀਰਥਾਂ ਤੇ ਨਹਾਉਣਾ ਚਾਹੀਦਾ ਹੈ, ਇਸ਼ਨਾਨ ਕਰਨਾ ਚਾਹੀਦਾ ਹੈ। ਹਾਲਾਂਕਿ ਗੁਰਮਤਿ ਦੇ ਵਿੱਚ ਤੀਰਥ ਦਾ ਮਹਾਤਮ ਜ਼ਰੂਰ ਹੈ, ਪਰ ਉਹ ਤੀਰਥ ਕਿਹੜਾ ਹੈ? ਤੀਰਥ ਹਮਰਾ ਹਰਿ ਕੋ ਨਾਮ, ਅਕਾਲ ਪੁਰਖ ਦਾ ਨਾਮ ਹੀ ਤੀਰਥ ਹੈ। ਨਾਮ ਜਪ ਤੋਂ ਵੱਡਾ, ਸਿਮਰਨ ਤੋਂ ਵੱਡਾ ਕੋਈ ਤੀਰਥ ਨਹੀਂ ਹੈ। ਮਹਾਂਪੁਰਖ ਬਾਬਾ ਕਬੀਰ ਸਾਹਿਬ ਜੀ, ਉਹਨਾਂ ਦਾ ਪਾਵਨ ਬਚਨ ਤੀਰਥ ਵੱਡਾ ਕਿ ਹਰਿ ਕਾ ਦਾਸ, ਇਹ ਪ੍ਰਸ਼ਨ ਉਹਨਾਂ ਨੇ ਕੀਤਾ ਹੈ। ਹਰੀ ਦਾ ਦਾਸ ਵੱਡਾ ਹੁੰਦਾ ਜਾਂ ਤੀਰਥ ਵੱਡਾ ਹੁੰਦਾ ਹੈ? ਫਿਰ ਆਪ ਵੀ ਦੱਸਦੇ ਨੇ ਨਹੀਂ, ਤੀਰਥ ਨਹੀਂ, ਹਰੀ ਦਾ ਦਾਸ ਵੱਡਾ ਹੈ, ਕਿਉਂਕਿ ਜਿੱਥੇ ਹਰੀ ਦਾ ਦਾਸ ਬੈਠ ਜਾਵੇ ਉੱਥੇ ਤੀਰਥ ਬਣ ਜਾਂਦਾ ਹੈ। ਤੀਰਥ ਕੀ ਹਨ? ਜੋ 33 ਕਰੋੜ ਦੇਵੀ ਦੇਵਤੇ ਹਨ, ਉਹਨਾਂ ਵਿੱਚੋਂ ਕੁਛ ਮੁੱਖ ਦੇਵਤਿਆਂ ਦੇ ਉਹ ਸਥਾਨ ਹਨ ਜਿੱਥੇ ਉਹਨਾਂ ਨੇ ਕੋਈ ਸਾਧਨਾ ਕੀਤੀ, ਜਪ ਤਪ ਕੀਤਾ। ਦਰਿਆਵਾਂ ਦੇ, ਨਦੀਆਂ ਦੇ ਕੰਢਿਆਂ ਤੇ ਤੀਰ ਨਾਮ ਹੁੰਦਾ ਕੰਢੇ ਦਾ, ਥਾਂ ਨਾਮ ਹੁੰਦਾ ਜਗ੍ਹਾ ਦਾ, ਪਾਣੀ ਦਾ ਕੰਢਾ, ਕਿਸੇ ਦਰਿਆ ਜਾਂ ਨਦੀ ਦਾ ਕਿਨਾਰਾ ਨੂੰ ਤੀਰਥ ਕਹਿੰਦੇ ਸਨ। ਉਹ ਥਾਂ ਜਿੱਥੇ ਕਿਸੇ ਸਾਧੂ ਮਹਾਤਮਾ ਨੇ ਬੈਠ ਕੇ ਸਾਧਨਾ ਜਪ ਤਪ ਕੀਤਾ ਹੋਵੇ, ਉਸ ਥਾਂ ਤੇ ਜਾ ਕੇ ਇਸ਼ਨਾਨ ਕਰਨ ਦਾ ਬੜਾ ਭਾਰੀ ਮਹਾਤਮ ਸਨਾਤਨ ਮਤ ਵਿੱਚ, ਹਿੰਦੂ ਮਤ ਵਿੱਚ ਸਮਝਿਆ ਜਾਂਦਾ ਹੈ। ਪਹਿਲੀ ਪੰਕਤੀ ਸਾਨੂੰ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੀ ਹੈ,
ਉਹਦਾ ਬਾਹਰੀ ਭਾਵ ਤਾਂ ਇਹੋ ਹੀ ਜਾਪਦਾ ਹੈ ਕਿ ਜਿਵੇਂ ਸਾਹਿਬ ਜੀ ਕਹਿ ਰਹੇ ਹੋਣ ਕਿ ਤੀਰਥ ਕੀਤੇ ਵਾਸ, ਕਿ ਬੰਦੇ ਨੂੰ ਤੀਰਥਾਂ ਦੇ ਵਾਸਾ ਕਰ ਲੈਣਾ ਚਾਹੀਦਾ ਹੈ। ਹੁਣ ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ ਕਿ ਬੰਦਾ ਤੀਰਥਾਂ ਤੇ ਜਾ ਕੇ ਸਦਾ ਵਾਸਤੇ ਵਾਸਾ ਕਰਨਾ ਨਹੀਂ। ਹਾਂ, ਸਨਾਤਨ ਮਤ ਵਿੱਚ ਜਿਹੜੇ ਚਾਰ ਉਹਨਾਂ ਨੇ ਰਸਤੇ ਦੱਸੇ ਹਨ, ਤਰੀਕੇ ਦੱਸੇ ਹਨ, ਸਾਧਨ ਦੱਸੇ ਨੇ। 100 ਸਾਲ ਦੀ ਉਮਰ ਮੰਨ ਕੇ ਉਹਨਾਂ ਵਿੱਚ ਤਾਂ ਹੈ 0 ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਬ੍ਰਹਮਚਰਜ ਦੇ ਧਾਰਨੀ ਹੋਣਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਅਧਿਐਨ ਕਰਨਾ। 25 ਤੋਂ 50 ਸਾਲ ਗ੍ਰਸਥ ਵਿੱਚ ਪਹਿਲਾ ਗ੍ਰਸਥ ਆਸ਼ਰਮ ਦੇ ਧਾਰਨੀ ਹੋਣਾ, ਜਿਹਨੂੰ ਗ੍ਰਸਥ ਆਸ਼ਰਮ ਕਹਿੰਦੇ ਹਨ। 50 ਤੋਂ 75 ਸਾਲ ਦਾ ਸਮਾਂ ਜਿਹੜਾ ਸੀ ਉਸ ਨੂੰ ਵਾਨਪ੍ਰਸਤੀ ਮੰਨਦੇ ਸਨ। ਜੰਗਲਾਂ ਵਿੱਚ ਜਾ ਕਰਕੇ ਤਪ ਸਾਧਨਾ ਕਰਨੀ, ਕਦੇ ਕਦਾਈ ਨਗਰ ਵਾਲੇ ਪਾਸੇ ਚੱਕਰ ਮਾਰਨਾ, ਨਹੀਂ ਤਾਂ ਹਮੇਸ਼ਾ ਉੱਥੇ ਰਹਿਣਾ। ਔਰ ਅਖੀਰਲਾ ਜਿਹੜਾ ਸੀ ਉਹਨੂੰ ਸੰਨਿਆਸ ਕਹਿੰਦੇ ਸਨ। ਸੰਨਿਆਸ ਆਸ਼ਰਮ ਜਗਤ ਨਾਲੋਂ ਮੋਹ ਤੋੜ ਕੇ ਤੀਰਥਾਂ ਤੇ ਚਲੇ ਜਾਣਾ, ਤੀਰਥਾਂ ਦਾ ਭਰਮਣ ਕਰਨਾ, ਤੀਰਥਾਂ ਤੇ ਪੱਕਾ ਹੀ ਪੜਾ ਲਾ ਲੈਣਾ, ਇਹਨੂੰ ਸੰਨਿਆਸ ਕਹਿੰਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗ੍ਰਸਥ ਆਸ਼ਰਮ ਨੂੰ ਮਹਾਨਤਾ ਦਿੱਤੀ ਤੇ ਸਿੱਖ ਨੂੰ ਸਮਝਾਇਆ ਕਿ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿਸੇ ਤੀਰਥ ਦੇ ਵਾਸਾ ਕਰਨ ਨਾਲ ਕੋਈ ਕਲਿਆਣ ਨਹੀਂ ਹੋ, ਸਗੋਂ ਘਰ ਪਰਿਵਾਰ ਚ ਰਹਿੰਦਿਆਂ ਹੋਇਆ ਵਿੱਚੇ ਗ੍ਰਸਤ ਉਦਾਸ ਰਹਾਵੇ। ਇੱਥੇ ਸਾਹਿਬ ਜੀ ਕਹਿ ਰਹੇ ਨੇ ਜਪ ਤਪ ਸੰਜਮ ਸਾਧੀ ਹੈ। ਜਪ ਦਾ ਅਰਥ ਹੁੰਦਾ ਕਿਸੇ, ਜੋ ਇੱਥੇ ਅਰਥ ਹੈ ਦੇਵੀ ਦੇਵਤੇ ਦਾ ਮੰਤਰ ਲੈ ਕੇ ਸ਼ਬਦ ਲੈ ਕਰਕੇ ਉਹਦਾ ਜਪ ਕਰਨਾ, ਉਹਦਾ ਵਾਰ-ਵਾਰ ਉਚਾਰਨ ਕਰਨਾ। 4 ਤਰੀਕੇ ਲਿਖੇ ਗ੍ਰੰਥ ਹਨ। ਪਰਾ, ਬਸੰਤੀ, ਮਧਮਾ ਤੇ ਬੈਖਰੀ। ਬੈਖਰੀ ਹੁੰਦਾ ਮੂੰਹ ਬੋਲ ਕੇ ਉੱਚੀ ਉਚਾਰਨ ਕਰਨਾ। ਫਿਰ ਸਹਿਜੇ ਗਲੇ ਵਿੱਚ ਆਵਾਜ਼ ਚਲੇ ਜਾਣੀ, ਹਿਰਦੇ ਥੱਲੇ ਨਾਭੀ ਵਿੱਚ ਚਲੇ ਜਾਣੀ, ਪ੍ਰਾਣਾਂ ਵਿੱਚ ਹੀ ਵਸ ਜਾਣਾ। ਤਪ ਤੋਂ ਭਾਵ ਹੁੰਦਾ ਹੈ ਸਰੀਰ ਨੂੰ ਤਪਾਉਣਾ, ਕਸ਼ਟ ਦੇਣਾ। ਮੌਸਮ ਅਨੁਸਾਰ ਠੰਡ ਦਾ ਮੌਸਮ ਤੇ ਜਲ ਧਾਰੇ ਕਰਨੇ, ਠੰਡੇ ਪਾਣੀ ਚ ਖਲੋਣਾ। ਗਰਮੀ ਦਾ ਮੌਸਮ ਤੇ 4 ਧੂਣੇ ਪਾਸੇ ਲਾ ਕੇ ਸੂਰਜ ਦੀ ਧੁੱਪ ਵਿੱਚ ਬੈਠਣਾ, ਇਹਨੂੰ ਤਪ ਆਖਿਆ ਹੈ। ਸੰਜਮ ਦਾ ਅਰਥ ਹੁੰਦਾ ਹੈ ਇੰਦਰੀਆਂ ਦਾ ਦਮਨ ਕਰਨਾ, ਅੱਖਾਂ ਦਾ, ਕੰਨਾਂ ਦਾ, ਜ਼ੁਬਾਨ ਦਾ, ਹੱਥਾਂ ਪੈਰਾਂ ਦਾ, 5 ਕਰਮ ਇੰਦਰੀ, 5 ਗਿਆਨ ਇੰਦਰੀ, ਇਹਨਾਂ ਦੇ ਉੱਪਰ ਸੰਜਮ ਰੱਖਣਾ ਜ਼ਰੂਰੀ ਹੈ। ਪਰ ਜੇਕਰ ਕੋਈ ਇਹੀ ਸਮਝ ਲਵੇ ਕਿ ਜੋ ਮੈਂ ਜਪ ਕਰ ਰਿਹਾ ਹਾਂ ਕਿਸੇ ਦੇਵੀ ਦੇਵਤੇ ਦਾ ਮੰਤਰ ਜਾਂ ਸਰੀਰ ਨੂੰ ਕਸ਼ਟ ਦੇ ਰਿਹਾ ਹਾਂ, ਸਰੀਰ ਦੀ ਸਾਧਨਾ ਕਰ ਰਿਹਾ ਹਾਂ, ਇਹ ਸਾਧਨ ਸਾਧੀਏ ਸਾਧ ਲੈ ਜਾਣ, ਘਰ ਲੈ ਜਾਣ ਤੇ ਤੀਰਥ ਕੀਤੇ ਵਾਸ। ਤੀਰਥਾਂ ਦੇ ਉੱਪਰ ਵਾਸਾ ਕੀਤੇ ਦਾ ਅਰਥ ਹੈ ਕਰ ਲਿਆ ਜਾਏ। ਇਹ ਨਹੀਂ ਕਿਹਾ ਕਿ ਕਰ ਲਓ। ਜੇਕਰ ਕੋਈ ਮਨੁੱਖ ਜਪ ਤਪ ਸੰਜਮ ਇਤਿਆਦਿ ਸਾਧਨ ਸਾਧ ਲਵੇ, ਕਰ ਲਵੇ ਤੇ ਤੀਰਥਾਂ ਤੇ ਜਾ ਕੇ ਵਾਸਾ ਕਰ ਲਵੇ। ਨਿਦਾਨ ਜੰਗੀਆ ਦਿਨ ਸਾਚੇ ਕਿਆ ਤਾਸ। 3 ਚੀਜ਼ਾਂ ਦਾ ਅੱਗੇ ਜ਼ਿਕਰ ਕੀਤਾ ਹੈ। ਪੁੰਨ ਦਾ ਅਰਥ ਹੁੰਦਾ ਹੈ ਕਿਸੇ ਵਸਤੂ ਨੂੰ ਖਾਸ ਦਿਨ ਦਿਹਾੜ ਦੇ ਉੱਪਰ ਲੋੜਵੰਦਾਂ ਦੇ ਤਾਈਂ, ਗਰੀਬਾਂ ਦੇ ਤਾਈਂ ਦੇਣਾ। ਜਿਸ ਤਰ੍ਹਾਂ ਸਨਾਤਨ ਮਤ ਵਿੱਚ ਸੂਰਜ ਗ੍ਰਹਿਣ ਹੋਵੇ ਜਾਂ ਚੰਦਰਮਾ ਗ੍ਰਹਿਣ ਹੋਵੇ ਜਾਂ ਦੀਵਾਲੀ ਹੋਵੇ, ਸੋ ਇਹਨਾਂ ਪੁਰਬਾਂ ਤੇ ਜਾਂ ਦੁਸਹਿਰਾ ਹੋਵੇ, ਕੋਈ ਖਾਸ ਦਾਨ ਕਰਨੀ, ਕੋਈ ਵਸਤੂ ਨੂੰ ਪੁੰਨ ਕਹਿੰਦੇ ਹਨ। ਜੋ ਖਾਸ ਦਿਨ ਤਿਉਹਾਰ ਤੇ ਕਿਸੇ ਨੂੰ ਦਿੱਤਾ ਹੋਇਆ ਦਾਨ ਹੈ, ਉਹਨੂੰ ਪੁੰਨ ਕਿਹਾ ਜਾਂਦਾ ਹੈ। ਇਹ ਦਾਨ ਦਾ ਅਰਥ ਹੈ ਉਹ ਸ਼ੈ ਵਸਤੂ ਜਿਹੜੀ ਨਿਤਾ ਪ੍ਰਤੀ ਦਿੱਤੀ ਜਾਵੇ, ਜਿਹੜਾ ਰੋਜ਼ਾਨਾ ਦਿੱਤਾ ਜਾਵੇ ਉਹਨੂੰ ਵਿਦਵਾਨ ਦਾਨ ਕਹਿੰਦੇ, ਤੇ ਜਿਹੜਾ ਖਾਸ ਦਿਨ ਤਿਉਹਾਰ ਤੇ ਦਿੱਤਾ ਜਾਵੇ ਉਹਨੂੰ ਪੁੰਨ ਕਹਿੰਦੇ ਹਨ। ਤੇ ਇਹਨਾਂ ਬਾਰੇ ਬਾਣੀ ਦਾ ਬਚਨ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਹੀ। ਇਹ ਸਾਰੇ ਧਰਮ ਰਾਜਾ ਦੇ ਪਾਸ ਜਾਂਦੇ, ਹਿਸਾਬ ਕਿਤਾਬ ਇਹਨਾਂ ਦਾ ਹੁੰਦਾ ਹੈ। ਪੁੰਨ ਕਰਨਾ, ਦਾਨ ਕਰਨਾ ਤੇ ਚੰਗਿਆਈਆਂ ਦਾ ਅਰਥ ਹੈ ਨੇਕੀ। ਹਰੇਕ ਬੰਦੇ ਨੂੰ ਚੰਗਿਆਈ ਧਾਰਨ ਕਰਨੀ ਚਾਹੀਦੀ ਹੈ।
ਤੇ ਬੰਦਾ ਕੇਵਲ ਸਮਾਜ ਸੁਧਾਰ ਦੇ ਕਾਰਜ ਕਰਕੇ ਕੰਮ ਕਰਕੇ ਲੋਕਾਂ 'ਚ ਵਾਹ ਖੱਟ ਲਵੇ, ਅਖਬਾਰਾਂ 'ਚ ਸੁਰਖੀਆਂ 'ਚ ਆ ਜਾਵੇ, ਫੋਟੋਆਂ ਵਾਹਨ ਰਹੇ, ਲੋਕਾਂ ਦੀ ਦ੍ਰਿਸ਼ਟੀ 'ਚ ਚੰਗਾ ਬਣ ਜਾਏ ਤੇ ਕੀ ਉਹ ਪਰਮਾਤਮਾ ਦੇ ਘਰ 'ਚ ਥਾਂ ਹਾਸਲ ਕਰ ਸਕਦਾ ਹੈ, ਆਤਮਿਕ ਸੁੱਖ ਮਾਣ ਸਕਦਾ ਹੈ? ਬਿਲਕੁਲ ਨਹੀਂ। ਆਹ 6 ਚੀਜ਼ਾਂ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕਰਕੇ 7ਵੀਂ ਚੀਜ਼ ਦਾ ਜ਼ਿਕਰ ਕੀਤਾ ਹੈ, ਤੀਰਥਾਂ ਦਾ ਵਾਸਾ। ਜਪ ਤਪ ਸੰਜਮ 3, ਪੁੰਨ ਦਾਨ ਤੇ ਚੰਗਿਆਈਆਂ 3, ਇਹ 6 ਹਨ ਤੇ 7ਵਾਂ ਤੀਰਥਾਂ ਦੇ ਵਾਸਾ ਕਰਨਾ ਹੈ। ਭਾਵ ਘਰ ਬਾਹਰ ਹੀ ਛੱਡ ਦੇਣਾ। ਇਹ 7 ਤਰੀਕੇ ਦੱਸੇ ਹਨ। ਬਿਨ ਸਾਜੇ ਕਿਆ ਤਾਸ, ਤਾਸ ਦਾ ਇਸ ਮਨੁੱਖ ਨੂੰ ਇਸ ਪਰਮਾਤਮਾ ਦੀ ਜਿਹੜਾ ਸਾਚੇ ਸੱਚਾ ਹੈ ਪ੍ਰਾਪਤੀ ਹੋ ਸਕਦੀ ਹੈ, ਗੁਲਾਬ ਹੋ ਸਕਦਾ ਸਹਿਜ ਦੇ ਨਹੀਂ। ਬਿਨ ਸਾਚੇ ਕਿਆ ਤਾਸ, ਕਿਆ ਦਰਦ ਹੈ ਕੀ ਤਾਸ ਤੇ ਨੂੰ ਮਿਲ ਸਕਦਾ ਹੈ। ਹਾਂ, ਦੁਨੀਆ ਦੀ ਸ਼ੋਭਾ ਵਡਿਆਈ 4 ਦਿਨ ਤਾਂ ਕੋਈ ਵਾਵਾ ਕਰਵਾ ਸਕਦਾ, ਪਰ ਸਦੀਵੀ ਵਡਿਆਈ ਨਹੀਂ ਹੈ। ਸੁਖ ਪ੍ਰਾਪਤ ਨਹੀਂ ਸੁਖ ਹੋ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਿਨ ਸਾਚੇ ਬਿਨਾ ਸੱਚੇ ਨਾਮ ਸਿਮਰਨ ਤੋਂ, ਬੰਦਗੀ ਤੋਂ, ਸਿਮਰਨ ਸਾਧਨਾ ਤੋਂ ਕਿਆ ਤਾਸ, ਇਸ ਨੂੰ ਕੀ ਲਾਭ ਹੋਇਆ ਭਾਈ, ਕੀ ਫਾਇਦਾ ਹੋਇਆ? ਸਹਿਬ ਕਹਿੰਦੇ ਕੋਈ ਲਾਭ ਨਹੀਂ। ਉਸ ਪਰਮਾਤਮਾ ਦੀ ਪ੍ਰਾਪਤੀ ਸੱਚੇ ਨਾਮ ਜਪ ਸਿਮਰਨ ਦੁਆਰਾ ਹੀ ਹੁੰਦੀ ਹੈ। ਜਿਹਾ ਰਾਤੇ ਤੇ ਹਾਲ ਹੈ ਬਿਨ ਗੁਣ ਜਨਮ ਵਿਨਾਸ਼। ਇੱਥੇ ਹੁਣ ਕਰਮਾਂ ਦੀ ਫਿਲਾਸਫੀ ਦਾ ਜ਼ਿਕਰ ਹੈ। ਕਰਮਾਂ ਦੀ ਫਿਲਾਸਫੀ ਸਨਾਤਨ ਮਤ ਵਿੱਚ ਬੜੀ ਲੰਬੀ ਚੌੜੀ ਲਿਖੀ ਤੇ ਕਰਮਾਂ ਨੂੰ ਅਕੱਟ ਲਿਖਿਆ ਹੈ ਕਿ ਨਹੀਂ ਕੱਟੇ ਜਾਂਦੇ, ਪਰ ਗੁਰਮਤ ਇਸ ਤੋਂ ਅੱਗੇ ਹੈ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਕਰਮ ਕੱਟੇ ਜਾਂਦੇ ਨੇ ਜਦੋਂ ਕੋਈ ਗੁਰੂ ਦੇ ਸ਼ਬਦ ਦਾ ਆਰਾਧਨ ਕਰਦਾ, ਜਪ ਕਰਦਾ ਹੈ। ਜਿਹਾ ਰਾਧੇ, ਰਾਧੇ ਦਾ ਅਰਥ ਹੁੰਦਾ ਹੈ ਜ਼ਮੀਨ ਨੂੰ ਵਾਹ ਕਰਕੇ ਉਹਦੇ ਵਿੱਚ ਬੀਜ ਦੇਣਾ। ਬੀਜਣ ਤੋਂ ਭਾਵ ਹੈ ਰਾਧੇ। ਕਈ ਇਲਾਕਿਆਂ ਦੇ ਵਿੱਚ ਰਾਧੇ ਕਹਿੰਦੇ, ਕਈਆਂ ਵਿੱਚ ਕਹਿੰਦੇ ਫਸਲ ਬੀਜ ਦਿੱਤੀ ਹੈ, ਕੋਈ ਕਹਿੰਦਾ ਹੈ ਨਹੀਂ ਜੀ ਰਾਧ ਦਿੱਤੀ ਹੈ। ਭਾਵ ਹੈ ਬੀਜ ਦੇ ਬੀਜਣ ਤੋਂ। ਜਿਹਾ ਰਾਧੇ ਬੰਦੇ, ਇਹਨਾਂ ਕਰਮਾਂ ਦੀ ਧਰਤੀ ਵਿੱਚ ਜਿਹੋ ਜਿਹਾ ਕਰਮ ਦਾ ਬੀਜ ਬੀਜੇਗਾ ਨਾ, ਤੇਹਾ ਲੁਣੇ ਦਾ ਉਹਦਾ ਵੱਢ ਲੈਣਾ। ਖੇਤ ਸਰੀਰ ਜੋ ਬੀਜਿਆ ਸੁਵੰਤ ਖਨਵਾ ਆਏ। ਤਾਈਏ ਸਾਹਿਬਾਨ ਕਿਹਾ ਜਪਜੀ ਸਾਹਿਬ ਦੇ ਅੰਦਰ ਹੀ ਆਪੇ ਬੀਜ ਆਪੇ ਹੀ ਖਾਓ। ਜਿਹਾ ਰਾਧੇ ਬੰਦੇ, ਜਿਹੋ ਜਿਹਾ ਬੀਜ ਬੀਜੇਗਾ ਤੇਹਾ ਲੁਣੇ ਉਹੋ ਜਿਹਾ ਵੱਢ ਲਵੇਗਾ, ਉਹੋ ਜਿਹਾ ਫਲ ਮਿਲ ਜਾਏਗਾ। ਬਿਨ ਗੁਣ ਜਨਮ ਵਿਨਾਸ਼, ਬਿਨਾ ਸ਼ੁਭ ਦੈਵੀ ਗੁਣਾ ਤੋਂ ਜਨਮ ਜਿਹੜਾ ਨਾ ਵਿਨਾਸ਼ ਦਾ ਅਰਥ ਹੈ ਨਿਸਫਲ ਹੈ, ਵਿਅਰਥ ਹੈ। ਵਿਨਾਸ਼ ਦਾ ਅਰਥ ਅੱਖਰੀ ਅਰਥ ਤਾਂ ਹੁੰਦਾ ਹੈ ਵਿਨਾਸ਼, ਖਤਮ ਹੋ ਜਾਣਾ, ਤਬਾਹ ਹੋ ਜਾਣਾ। ਇਹ ਗੱਲ ਬਿਲਕੁਲ ਸੱਚ ਹੈ। ਸ਼ੁਭ ਦੈਵੀ ਦੇ ਨੇਕ ਕਰਮ ਕਰਨ ਤੋਂ ਬਿਨਾ, ਦੈਵੀ ਗੁਣਾਂ ਨੂੰ ਧਾਰਨ ਤੋਂ ਬਿਨਾ, ਜਪ ਸਿਮਰਨ ਤੋਂ ਬਿਨਾ ਜਨਮ ਵਿਨਾਸ਼, ਜਨਮ ਜਿਹੜਾ ਹੈ ਵਿਨਾਸ਼ ਹੋ ਜਾਂਦਾ, ਨਿਸਫਲ ਚਲਿਆ ਜਾਂਦਾ ਹੈ। ਤੇ ਉਦਾਹਰਨ ਸਾਹਿਬਾਂ ਬਾਣੀ 'ਚ ਪਤਾ ਕਿਹੜੀ ਦਿੱਤੀ ਹੈ? ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ ਬਲਨਾ ਦਾ ਅਰਥ ਹੈ ਬਤੀਤ ਹੋਣਾ। ਜਿਵੇਂ ਅੱਗ ਦੇ ਵਿੱਚ ਬਾਲਣ ਬਾਲਿਆ ਜਾਂਦਾ ਹੈ, ਬਾਲਣ ਖਤਮ ਹੋ ਜਾਂਦਾ ਬਲ ਕੇ, ਇਸੇ ਤਰ੍ਹਾਂ ਜੀਵਨ ਵੀ ਬਲ ਜਾਂਦਾ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ, ਸੱਪ ਵਰਗੀ ਅਰਜਾਰੀ ਕਹੀਏ ਉਮਰਾ ਹੈ। ਤੇ ਇਹੋ ਜਿਹਾ ਬੰਦਾ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਕੋ ਹਾਰੀ। 9 ਖੰਡ ਪ੍ਰਿਥਵੀ ਧਰਤੀ ਦੇ ਬੰਦੇ ਵਿਦਵਾਨਾਂ ਨੇ ਸਾਰਾ ਰਾਜ ਭਾਗ ਇਥੋਂ ਦਾ ਕਰ ਲਿਆ, ਅਖੀਰ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦਾ। ਕਿਉਂ? ਬੇਨ ਗੁਣ ਜਨਮ ਵਿਨਾਸ਼, ਬਿਨਾਂ ਸ਼ੁਭ ਦੈਵੀ ਗੁਣਾਂ ਦੇ ਧਾਰਨ ਕਰਨ ਤੋਂ ਜਨਮ ਜਿਹੜਾ ਨਿਸਬਤ ਦੇ ਵਿਅਰਥ ਚਲਿਆ ਜਾਂਦਾ ਹੈ। ਮੁੰਦੇ ਗੁਣ ਦਾਸੀ ਸੁਖ ਹੋਏ। ਮੁੰਡੇ ਦਾ ਅਰਥ ਹੈ ਭਰ ਜੋਬਨ, ਜਵਾਨੀ ਵਿੱਚ ਆਈ ਹੋਈ ਇਸਤਰੀ। ਮੁੰਡੇ ਅਗਿਆਤ ਇਸਤਰੀ ਵਾਸਤੇ ਵਰਤਿਆ ਜਾਂਦਾ ਜਿਹਨੂੰ ਸਮਝ ਨਹੀਂ ਹੈ, ਬੇਵਕੂਫ ਜਿਹੜੀ ਹੈ। ਬਾਹਰੀ ਤੌਰ ਤੇ ਸ਼ਿੰਗਾਰ ਕਰਦੀ ਪਰ ਦੈਵੀ ਗੁਣਾਂ ਦਾ ਸ਼ਿੰਗਾਰ ਕਰਦਾ ਚੱਜ ਨਹੀਂ ਹੈ। ਮੁੰਡੇ ਇਹ ਜੀਵ ਇਸਤਰੀ ਗੁਣ ਦਾਸੀ ਸੁਖ ਹੋਏ। ਤੈਨੂੰ ਸੁਖ ਪ੍ਰਾਪਤ ਕਦੋਂ ਹੋਵੇਗਾ? ਜਿਹੜਾ ਆਤਮਿਕ ਸੁਖ ਤੇ ਪ੍ਰਭੂ ਲਾਭ ਦਾ ਸੁਖ ਹੈ, ਜਦੋਂ ਗੁਣ ਦਾਸੀ, ਉਹਨਾਂ ਦੀ ਦਾਸੀ ਬਣੇਗੀ ਜਿਹੜੇ ਗੁਣਾਂ ਦੇ ਧਾਰਨੀ ਮਹਾਂਪੁਰਖ ਹਨ।
ਗੁਣਵਾਨ ਸਤਿਗੁਰ ਸੱਚੇ ਪਾਤਸ਼ਾਹ ਗੁਣਾ ਦੇ ਖਜ਼ਾਨੇ ਹਨ, ਅਥਵਾ ਗੁਣ ਦਾਸੀ ਗੁਣਾ ਦੀ ਦਾਸੀ ਬਣ ਜਾਵੇਗੀ, ਆਪਣੇ ਜੀਵਨ 'ਚ ਗੁਣਾ ਨੂੰ ਧਾਰਨ ਕਰ ਲਵੇਗੀ। ਸਤਿਗੁਰੂ ਨਾਨਕ ਦੇ ਪਾਤਸ਼ਾਹ ਦਾ ਬਚਨ ਪਿੱਛੇ ਆਇਆ ਹੈ, ਨਾਨਕ ਸੁੱਤੀ ਪਈ ਹੈ ਪੇਕੇ ਘਰ ਸੰਸਾਰ 'ਚ ਜੀਵ ਰੂਪ ਇਸਤਰੀ ਗਾਫਲਤਾ ਦੀ ਨੀਂਦ ਵਿੱਚ ਸੁੱਤੀ ਰਹੀ। ਜਾਨ ਬਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਨ ਚੱਲੀ ਬੰਨ। ਪੇਕੇ ਘਰ ਸੰਸਾਰ ਘਰ ਵਿੱਚ ਗਾਫਲਤਾ ਦੀ ਨੀਂਦ 'ਚ ਸੁੱਤੀ ਹੋਈ ਜੀਵ ਇਸਤਰੀ ਨੇ ਜਾਨ ਬਿਰਤੀ ਸੰਨ, ਜਾਨ ਲਓ ਬਿਰਤੀ ਦਾ ਅਰਥ ਹੁੰਦਾ ਬਿਨਾਂ ਰਾਤ ਤੋਂ ਦਿਨ ਦੀਵੀ ਲੁੱਟੀ ਗਈ। ਦਿਨ ਦਿਹਾੜੇ ਹੀ ਦੇ ਘਰ ਵਿੱਚ ਡਾਕਾ ਪੈ ਗਿਆ ਤੇ ਅਵਗਨਾਂ ਦੀ ਗੰਠੜੀ ਗੰਢ ਬੰਨ ਕਰਕੇ ਪਰਲੋਕ ਨੂੰ ਤੁਰ ਪਈ। ਕਿਸੇ ਇੱਕ ਦਾ ਜ਼ਿਕਰ ਨਹੀਂ, ਲੋਕ ਅਵਗਨਾਂ ਕੀ ਬੰਨ ਗੰਠੜੀ ਗੁਣ ਨਾ ਤੇ ਹਾਜੈ ਕੋਏ। ਤੇ ਸਾਰਿਆਂ ਵਿੱਚ ਉੱਤਮ ਗੁਣ ਸੋਹਣਾ ਗੁਣ ਕਿਹੜਾ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਉਸ ਦਾ ਜ਼ਿਕਰ ਕਰਦੇ ਨੇ, ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨ ਪੇਖਰੀ। ਇਹ ਮਨ ਸੁੰਦਰ ਆਪਣਾ ਨਾਮ ਬਜੀਠੈ ਰੰਗ ਰੀ। ਹੈ ਭੈਣੇ, ਸਾਰੇ ਗੁਣਾਂ ਵਿੱਚੋਂ ਇਹ ਸ੍ਰੇਸ਼ਟ ਗੁਣ ਹੈ। ਇਹ ਸਾਰੇ ਗੁਣਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਵੇਖਣਾ ਕਰ, ਦੂਰ ਨਾਹੀ ਮੇਰੋ ਪ੍ਰਭਿਆ। ਨੇੜੇ ਪ੍ਰਤੀਤ ਕਰ, ਮੁੰਦੇ ਗੁਣ ਦਾਸੀ ਸੁਖ ਹੋਏ। ਗੁਣਾਂ ਦੀ ਦਾਸੀ ਬਣ ਜਾਂਦਾ ਹੈ ਤੇ ਗੁਣਾਂ ਨੂੰ ਧਾਰਨ ਕਰਦਾ ਹੈ। ਗੁਣਾਂ ਦੇ ਖਜ਼ਾਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਦਾਸੀ। ਦਾਸੀ ਦਾ ਅਰਥ ਕੀ ਹੁੰਦਾ? ਸੇਵਾਦਾਰ ਨਹੀਂ। ਸੋ ਸੇਵਕ ਬਣ ਜਾਣਾ ਕਰ ਪ੍ਰਾਪਤੀ ਹੋਵੇਗੀ, ਸੁਖ ਹੋਏ ਇਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਅਵਗਣ ਤਿਆਗ ਸਮਾਈ ਹੈ ਗੁਰਮਤਿ ਪੂਰਾ ਸੋਏ। ਤੇ ਇਹਦੇ ਵਾਸਤੇ ਅਵਗਣਾਂ ਨੂੰ ਤਿਆਗਣਾ ਪੈਂਦਾ ਹੈ। ਅਵਗਣ ਦਾ ਅਰਥ ਕੀ ਹੈ? ਦੋਸ਼ ਐਬ। ਜਿੰਨੇ ਵੀ ਜੀਵਨ ਵਿੱਚ ਦੋਸ਼ ਨੇ, ਐਬ ਹਨ, ਉਹ ਸਾਰਿਆਂ ਦਾ ਤਿਆਗ ਕਰ ਦੇਣਾ। ਥਾਵਾਂ ਥਾਵਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਵਗਣਾਂ ਨੂੰ ਤਿਆਗਣ ਦਾ ਤੇ ਗੁਣਾਂ ਦੇ ਨਾਲ ਸਾਂਝ ਪਾਉਣ ਦਾ ਜ਼ਿਕਰ ਕੀਤਾ ਹੈ। ਸਾਂਝ ਕਰੀਜੈ ਗੁਣਹਿ ਕੇਰੀ ਛੋੜ ਅਵਗਣ ਚੱਲੀਏ। ਅਵਗਣਾਂ ਦਾ ਤਿਆਗ ਕਰਕੇ ਆਤਮਾ ਦੇ ਰਾਹ ਤੇ ਭਾਉ ਭਗਤੀ ਬੰਦਗੀ ਦੇ ਮਾਰਗ ਤੇ ਤੁਰਨਾ ਕਰੀਏ। ਪਰੰਤੂ ਅਵਗਣਾਂ ਨੂੰ ਤਿਆਗਣ ਵਾਸਤੇ ਕੋਈ ਤਿਆਰ ਨਹੀਂ ਹੈ। ਸੋ ਸਾਹਿਬ ਕਹਿੰਦੇ ਅਵਗਣ ਤਿਆਗ ਸਮਾਈਏ। ਰੱਬ ਵਿੱਚ ਸਮਾਈ ਕਦੋਂ ਹੁੰਦੀ? ਜਦੋਂ ਅਵਗਣਾਂ ਦਾ ਤਿਆਗ ਕਰ ਦਈਏ। ਤੇ ਅਵਗਣ ਕੋਈ ਇੱਕ ਨਹੀਂ ਹੈ, ਬਹੁਤ ਤਰ੍ਹਾਂ ਦੇ ਅਵਗਣ ਸੰਸਾਰ 'ਚ ਲਿਖੇ ਨੇ। ਸ਼ਬਦ ਸਪਰਸ਼ ਰਸ ਰੂਪ ਗੰਧ ਕਾਮ ਕ੍ਰੋਧ ਮੋਹ ਹੰਕਾਰ ਝੂਠ ਚੁਗਲੀ ਨਿੰਦਾ ਈਰਖਾ ਦਵੈਸ਼, ਸਾਰੇ ਦੇ ਸਾਰੇ ਅਵਗਣ ਹਨ। ਬੁਰਾ ਸੋਚਣਾ ਵੀ ਅਵਗਣ ਹੈ, ਇਹਨਾਂ ਨੂੰ ਪਾਪ ਮੰਨਿਆ ਜਾਂਦਾ। ਅਵਗਣ ਤਿਆਗ, ਅਵਗਣਾਂ ਦਾ ਤਿਆਗ ਕਰਕੇ ਇਹ ਇਸ ਤਰ੍ਹਾਂ ਬੇਨਤੀ ਕਰੀਏ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਮੇਰੇ ਵਿੱਚ ਸਾਰੇ ਅਵਗੁਣ ਹੀ ਅਵਗੁਣ ਹਨ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਇੱਕ ਵੀ ਗੁਣ ਨਹੀਂ ਹੈ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਇਹ ਨਿਮਰਤਾ ਨਾਲ ਬੇਨਤੀ ਕਰਨੀ। ਸਾਹਿਬ ਕਹਿੰਦੇ ਇਸ ਤਰ੍ਹਾਂ ਅਵਗੁਣਾਂ ਦਾ ਤਿਆਗ ਕਰਕੇ ਮਾਲਕ ਵਿੱਚ ਸਮਾਈਏ, ਸਮਾ ਜਾਈਦਾ ਹੈ, ਲੀਨ ਹੋ ਜਾਈਦਾ। ਗੁਰਮਤਿ ਪੂਰਾ ਸੋਏ। ਗੁਰਮਤਿ ਗੁਰੂ ਦੀ ਮੱਤ ਦੁਆਰਾ ਜਿਹੜਾ ਪੂਰਾ ਪਰਮਾਤਮਾ ਹੈ ਸੋਏ, ਉਹ ਸਾਹਿਬ ਕਹਿੰਦੇ ਪ੍ਰਾਪਤ ਹੋ ਜਾਂਦਾ ਹੈ। ਉਸ ਪੂਰੇ ਦੀ ਪ੍ਰਾਪਤੀ ਹੋ ਜਾਂਦੀ। ਗੁਰੂ ਦੀ ਮੱਤ ਦੇ ਧਾਰਨੀ ਹੋਇਆ ਹੈ, ਉਸ ਪੂਰੇ ਵਿੱਚ ਸਮਾਈ ਹੁੰਦੀ, ਉਸ ਵਿੱਚ ਲੀਨ ਹੋ ਜਾਈਦਾ ਹੈ। ਇਸ ਰਾਤ ਦੇ ਕੇ ਫਰਮਾਉਂਦੇ ਹਨ, ਬਿਨ ਰਾਸੀ ਵਾਪਾਰੀਆ ਚੱਕੀ ਮੁੰਡਾ ਚਾਰ। ਸਾਹਿਬ ਫਰਮਾ ਰਹੇ ਨੇ, ਕੋਈ ਬੰਦਾ ਵਪਾਰ ਕਰਨ ਵਾਸਤੇ ਤੁਰ ਪਵੇ ਤੇ ਪੈਸਾ ਪੱਲੇ ਹੋਵੇ ਹੀ ਨਾ, ਜੇਬ ਖਾਲੀ ਹੋਵੇ ਤੇ ਕਿਵੇਂ ਵਪਾਰ ਕਰ ਸਕਦਾ? ਬਿਨ ਰਾਸੀ, ਰਾਸੀ ਦਾ ਅਰਥ ਹੁੰਦਾ ਰਾਸ਼ੀ, ਮਾਇਆ ਵਿਭੂਤੀ। ਰਾਸ਼ੀ ਕੋਲ ਹੀ ਨਹੀਂ ਤੇ ਵਪਾਰੀ ਬਣ ਗਿਆ। ਬਿਨਾਂ ਰਾਸ਼ੀ ਵਪਾਰੀਆ, ਵਪਾਰੀ ਕੀ ਕਰਦਾ? ਤੱਕੇ ਕੁੰਡਾ ਚਾਰ, ਫਿਰ ਚਾਰ ਸਵੇਰੇ ਤੱਕਦਾ, ਬਿਟਰ ਬਿਟਰ ਵੇਖਦਾ ਹੈ। ਕਈ ਵਾਰੀ ਸੌਦਾ ਲੈ ਲਿਆ ਜਾਵੇ ਤੇ ਪੈਸੇ ਕਿਤੇ ਰਾਹ ਵਿੱਚ ਹੀ ਡਿੱਗ ਪੈਣ ਤੇ ਬੰਦਾ ਹੱਕਾ ਹੋ ਕੇ ਇੱਧਰ ਉੱਧਰ ਵੇਖਦਾ ਕਿੱਥੇ ਗਏ ਪੈਸੇ। ਇਸੇ ਤਰ੍ਹਾਂ ਹੀ ਬਿਨ ਰਾਸੀ, ਰਾਸੀ ਦਾ ਅਰਥ ਹੈ ਸ਼ਰਧਾ ਰੂਪੀ ਰਾਸ, ਭਾਵਨਾ ਦੀ ਰਾਸ, ਸਿਦਕ ਤੇ ਭਰੋਸੇ ਦੀ ਰਾਸ ਤੋਂ ਬਿਨਾ ਜੀਵ ਰੂਪੀ ਵਪਾਰੀਆ ਵਪਾਰੀ ਤੱਕੇ ਕੁੰਡਾਂ ਚਾਰ, ਚੌਹਾਂ ਕੁੰਡਾਂ ਦਖਣ ਉੱਤਰ ਪੂਰਬ ਪੱਛਮ।
अथवा आशा ते तृष्णा ਦੀਆਂ ਕੁੰਡਾਂ ਜਿਹੜੀਆਂ ਕੁੰਡਾਂ ਹਨ ਉਹਨਾਂ ਵਾਲੇ ਪਾਸੇ ਵੇਖਦਾ ਹੈ। ਖੈਸ਼ਾਂ ਭਰਿਆ ਮਨ ਰਹਿੰਦਾ ਹੈ। ਆਸੇ ਪਾਸੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ ਪਾਸੇ ਝਾਕਦਾ ਹੈ। ਮੂਲ ਨ ਤੁਝੈ ਆਪਣਾ ਵਸਤ ਲਈ ਘਰ ਬਾਰ। ਜਿਹੜਾ ਆਪਣਾ ਮੂਲ ਹੈ ਨਾ, ਜੀਵਨ ਦਾ ਮੂਲ ਸੋਮਾ ਕੀ ਹੈ? ਅਕਾਲ ਪੁਰਖ ਪਰਮੇਸ਼ਰ। ਉਹਦੇ ਤੋਂ ਹੀ ਸਾਰੀਆਂ ਆਤਮਾਵਾਂ ਨਿਕਲੀਆਂ ਹਨ। ਸਾਡੀ ਹੋਂਦ ਹਸਤੀ ਉਹਦੇ ਤੋਂ ਹੀ ਪੈਦਾ ਹੋਈ। ਉਸ ਮੂਲ ਦਾ ਬੁੱਝੈ, ਉਸ ਮੂਲ ਨੂੰ ਕਦੀ ਸਮਝਦਾ ਹੀ ਨਹੀਂ ਹੈ। ਜਿਹੜਾ ਆਪਣਾ ਅਸਲੀ ਵਜੂਦ ਮੂਲ ਹੈ, ਆਤਮਾ ਦਾ ਮੂਲ ਹੈ ਪਰਮਾਤਮਾ। ਵਸਤ ਰਹੀ ਘਰ ਬਾਰ। ਘਰ ਬਾਰ ਦਾ ਅਰਥ ਹੈ ਘਰ ਦੇ ਅੰਦਰ। ਅਸਲੀ ਵਸਤੂ ਆਤਮਾ ਰੂਪੀ ਵਸਤੂ, ਬ੍ਰਹਮਾਨੰਦ ਰੂਪੀ ਵਸਤੂ, ਨਾਮ ਰੂਪੀ ਵਸਤੂ ਘਰ ਵਿੱਚ ਹੀ ਹੈ। ਸਭ ਕੁਛ ਘਰ ਮੈਂ, ਬਾਹਰ ਨਾਹੀ। ਬਾਹਰ ਟੋਲੇ ਸੋ ਭਰਮ ਭੁਲਾਹੀ। ਸੋ ਹੈ ਹਿਰਦੇ ਘਰ ਵਿੱਚ। ਨੌਲਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਵਿਸਰਾਮ। ਹੈ ਸਰੀਰ ਘਰ ਵਿੱਚ। ਸਾਹਿਬ ਕਹਿੰਦੇ ਬੰਦਾ ਆਪਣੇ ਆਪੇ ਦੀ ਪਛਾਣ ਹੀ ਨਹੀਂ ਕਰਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੁਖਾਤਬ ਹੋ ਕੇ ਜੀਵ ਨੂੰ ਕਹਿੰਦੇ ਨੇ ਤੇ ਮਨ ਨੂੰ ਸਮਝਾਉਂਦੇ ਨੇ ਤੇ ਸਾਨੂੰ ਮੱਤ ਦਿੰਦੇ ਹੋਏ ਸਮਝਾਉਂਦੇ ਹਨ ਕਿ ਮਨ ਨੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇਰਾ ਮੂਲ ਕੀ ਹੈ? ਅਕਾਲ ਪੁਰਖ। ਉਸ ਮੂਲ ਨੂੰ ਪਛਾਣ ਲੈ। ਹੈ ਮਨ, ਹੈ ਆਤਮਾ, ਤੂੰ ਜੋਤ ਰੂਪ ਹੈ ਤੇ ਜੋਤ ਰੂਪ ਤੋਂ ਉਸ ਮੂਲ ਪਰਮਾਤਮਾ ਦੀ ਅੰਸ਼ ਹੈ। ਉਹਨੂੰ ਪਛਾਣ ਲੈ, ਸਮਝ ਲੈ। ਹਰੇਕ ਹਿਰਦੇ ਵਿੱਚ ਜੋਤ ਜਗਦੀ ਹੈ। ਸਾਹਿਬ ਕਹਿੰਦੇ ਅਸਲੀ ਵਸਤੂ ਨਾਮ ਰੂਪੀ ਵਸਤੂ, ਆਤਮਾ ਰੂਪੀ ਵਸਤੂ, ਬ੍ਰਹਮਾਨੰਦ ਰੂਪੀ ਵਸਤੂ, ਸਦੀਵੀ ਸੁਖ ਰੂਪੀ ਵਸਤੂ ਘਰ ਬਾਰ ਹਿਰਦੇ ਘਰ ਵਿੱਚ ਹੀ ਹੈ। ਪਰ ਬੰਦਾ ਇਸ ਗੱਲ ਨੂੰ ਸਮਝਦਾ ਨਹੀਂ ਹੈ। ਜਿਣ ਅੱਖਰ ਦੁਖ ਅਗਲਾ, ਕੂੜ ਦੁਖੀ ਕੂੜਿਆਰ। ਇਹ ਵੇਨ ਦਾ ਅਰਥ ਹੈ ਬਗੈਰ, ਅੱਖਰ ਦਾ ਅਰਥ ਹੈ ਸੌਦਾ। ਸਾਹਿਬਾਂ ਦਾ ਇੱਕ ਵਚਨ ਹੈ, ਵਖਰ ਹਰ ਕਾ ਨਾਮ ਹੈ। ਹਰੀ ਦਾ ਨਾਮ ਹੀ ਵਖਰ ਉਹ ਸੌਦਾ ਹੈ ਜਿਹੜਾ ਲੋਕ ਪ੍ਰਲੋਕ ਚ ਨਾਲ ਵਿਕਦਾ ਹੈ। ਦੁੱਖ ਅਗਲਾ, ਬਿਨਾਂ ਵਾਹਿਗੁਰੂ ਦੇ ਨਾਮ ਦੇ ਸੌਦੇ ਤੋਂ ਅਗਲਾ ਦੁੱਖ ਮਿਲਦਾ। ਅਗਲਾ ਦਾ ਅਰਥ ਹੁੰਦਾ ਬਹੁਤਾ, ਜ਼ਿਆਦਾ, ਮਹਾਨ, ਭਾਰੀ। ਭਾਰੀ ਦੁੱਖ ਭੋਗਣਾ ਪੈਂਦਾ ਹੈ। ਕੂੜ ਮੁੱਠੀ ਕੁੜਿਆਰ। ਕੁੜਿਆਰ ਝੂਠੀ ਜੀ ਇਸਤਰੀ। ਕੂੜ ਮੁੱਠੀ, ਕੂੜ ਝੂਠੇ ਮੋਹ ਵਿੱਚ ਲੱਗ ਕਰਕੇ। ਮੁੱਠੀ ਦਾ ਅਰਥ ਹੈ ਲੁੱਟੀ ਗਈ, ਬਰਬਾਦ ਹੋ ਗਈ। ਲਾਹਾ ਅਹਨਸ ਨੌਤਨਾ, ਪਰਕੇ ਰਤਨ ਵਿਚਾਰ। ਜੀਵਨ ਦਾ ਲਾਹਾ ਕਿਹੜਾ ਹੈ? ਸਾਹਿਬ ਕਿਤੇ ਲਾਹਾ ਹੈ ਇਹ ਨਿਸਰਾਤ ਨੌਤਨ। ਨਵਾਂ ਲਾਹਾ ਉਹ ਹੈ। ਨੌਤਨਾ ਦਾ ਅਰਥ ਹੈ ਨਵਾਂ, ਨਕੋਰ। ਜਿਹੜਾ ਲਾਹਾ ਪੁਰਾਣਾ ਹੀ ਨਹੀਂ ਹੁੰਦਾ। ਪਰਖੇ ਰਤਨ ਵਿਚਾਰ। ਗੁਰੂ ਦਾ ਸ਼ਬਦ ਰਤਨ ਹੈ। ਇਸ ਰਤਨ ਸ਼ਬਦ ਦੀ ਵਿਚਾਰ ਕਰਨੀ, ਪਰਖ ਕਰਨੀ। ਜਿਨ੍ਹਾਂ ਨੂੰ ਸਮਝ ਪੈ ਗਈ ਨਾ, ਉਹਨਾਂ ਨੂੰ ਪਤਾ ਲੱਗ ਗਿਆ ਜੈ ਜੈ ਕਾਜ ਕਿਰਤ ਸੇਵਕ ਕੀ, ਕਹਾਂ ਕਹਾਂ ਉਠ ਧਾਵੈ। ਸੇਵਕ ਕੋ ਨਿਗਟੀ ਹੋਏ ਦਿਖਾਵੇ। ਗੁਰ ਕਾ ਬਚਨ ਬਸੇ ਜੀ ਨਾਲੇ, ਜਾਲੇ ਡੋਬੇ ਤਸਕਰ ਨਹੀਂ ਲੈਵੇ। ਭਾਏ ਨਾ ਸਾਕੇ ਜਾਲੇ, ਅਗਨੀ ਸਾੜ ਸਕਦੇ। ਇਹੋ ਸਨ ਜਿਨ੍ਹਾਂ ਨੂੰ ਪਰਖ ਸੀ। ਅੱਜ ਵੀ ਉਹ ਭਾਟ ਉੱਤੇ ਹੈ ਪੱਟੀ ਨਗਰ ਵਿੱਚ, ਜਿਸ ਬਾਬੇ ਭਾਟ ਵਿੱਚ ਬਹਾਦਰ ਬਾਬਾ ਵਿਧੀ ਚੰਦ ਜੀ ਬੈਠ ਗਏ ਸਨ। ਉਹ ਬੈਠ ਗਏ ਨੇ, ਉਹਨਾਂ ਨੂੰ ਪਰਖ ਸੀ ਕਿ ਗੁਰੂ ਦਾ ਸ਼ਬਦ ਰੱਖਿਆ ਕਰਦਾ ਹੈ। ਪਰਖੇ ਰਤਨ ਵਿਚਾਰ। ਰਤਨਾਂ ਦੀ ਨਿਆਈ ਜਿਨ੍ਹਾਂ ਨੇ ਨਾਮ ਨੂੰ ਪਰਖ ਲਿਆ, ਗੁਰੂ ਦੇ ਸ਼ਬਦ ਨੂੰ ਵਿਚਾਰ ਲਿਆ। ਸਾਹਿਬ ਕਹਿੰਦੇ ਉਹਨਾਂ ਨੂੰ ਫਿਰ ਰਾਤ ਨੌਤਨਾ, ਨਵਾਂ ਨਕੋਰ, ਮਹਾਨ ਲਾਹਾ ਪ੍ਰਾਪਤ ਹੁੰਦਾ। ਲਾਹਾ ਦਾ ਅਰਥ ਹੈ ਨਫਾ। ਵੈਸੇ ਸਾਹਿਬ ਕਹਿੰਦੇ ਮਨੁੱਖ ਦੀ ਫਿਤਰਤ ਹੈ, ਲਾਹੇ ਕੋ ਤੂੰ ਢੀਲਾ ਢੀਲਾ, ਕੋਟੇ ਕੋ ਬੇਗ ਧਾਇਆ। ਜਿੱਥੇ ਘਾਟ ਹੈ, ਘਾਟਾ ਉਸ ਪਾਸੇ ਭਜਦਾ ਹੈ। ਕਿ ਨਿਤਨੇਮ ਦੀ ਬਾਣੀ ਦੇ ਵਿੱਚ ਹੀ ਗੁਰੂ ਕੇ ਸਿੱਖ ਰੋਜ਼ਾਨਾ ਪੜ੍ਹਦੇ ਹਨ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਗੌਰ ਨਾ ਹੋਏ ਕੋ ਫੇਰਾ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਰਾਮਦਾਸ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਭਾਵੇਂ 5 ਸ਼ਬਦ ਉਸ ਬਾਣੀ ਦੇ ਉਚਾਰਨ ਕੀਤੇ। ਕੀਰਤਨ ਸੋਲਾ ਪਾਵਨ ਬਾਣੀ ਦਾ ਨਾਮ ਹੈ। ਉਸ ਦੇ ਵਿੱਚ ਸਾਹਿਬਾਂ ਨੇ ਉਸ ਲਾਹੇ ਦਾ ਜ਼ਿਕਰ ਕੀਤਾ ਜਿਵੇਂ ਆਨੰਦ ਸਾਹਿਬ ਬਾਣੀ ਦੇ ਵਿੱਚ ਜ਼ਿਕਰ ਹੈ। ਸੋ ਉਹ ਲਾਹਾ ਤਦ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਪਰਖੇ ਰਤਨ ਵਿਚਾਰ। ਨਾਮ ਰੂਪੀ ਰਤਨ, ਗੁਰੂ ਦੇ ਸ਼ਬਦ ਰੂਪੀ ਰਤਨ ਨੂੰ ਕੋਈ ਪਰਖ ਕੇ ਵਿਚਾਰਦਾ ਹੈ।
ਵਸਤ ਰਹਿ ਘਰ ਆਪਣਾ ਚੱਲੇ ਕਾਰਜ ਸਾਰ। ਇਹੋ ਜਿਹਾ ਗੁਰਮੁਖ ਜਾਨਾ ਵਸਤ ਲਹੇ ਦਾ ਅਰਥ ਲੈ ਲੈਂਦਾ ਹੈ ਨਾਮ ਰੂਪੀ ਵਸਤੂ, ਆਤਮਾ ਰੂਪੀ ਵਸਤੂ ਨੂੰ, ਬ੍ਰਹਮਾਨੰਦ ਰੂਪੀ ਵਸਤੂ ਨੂੰ ਲਹੇ ਕਰ ਆਪਣੇ ਆਪਣੇ ਹਿਰਦੇ ਘਰ ਵਿੱਚੋਂ ਲੈ ਲੈਂਦਾ ਹੈ, ਗੁਰੂ ਕਿਰਪਾ ਦੁਆਰਾ ਪ੍ਰਾਪਤ ਕਰਦਾ ਹੈ। ਇਹੋ ਜਿਹੇ ਗੁਰਮੁਖ ਫਿਰ ਚੱਲੇ ਕਾਰਜ ਸਾਰ, ਜੀਵਨ ਦੇ ਕਾਰਜ ਸਾਰ ਕੇ ਸਵਾਰ ਕੇ ਜਾਂਦੇ ਨੇ। ਉਹ ਜੀਵਨ ਦੇ ਕਾਰਜ ਅਧੂਰੇ ਨਹੀਂ ਛੱਡ ਕੇ ਜਾਂਦੇ ਕਿ ਵਾਰ-ਵਾਰ ਫੇਰ ਆਉਣਾ ਪਵੇ। ਬਾਬਾ ਕਬੀਰ ਸਾਹਿਬ ਦਾ ਬਦਲੇ ਅਬ ਕੀ ਬਾਰ ਬਖਸ਼ ਬੰਦੇ ਕੋ ਕੌਰ ਨਾ ਭਵਜਲ ਫੇਰਾ। ਦੁਬਾਰਾ ਵਾਰ-ਵਾਰ ਫੇਰਾ ਨਾ ਪਵੇ। ਤੇ ਜਿਨ੍ਹਾਂ ਕਾਰਜ ਮੁਕਾ ਲਿਆ, ਕੰਮ ਮੁਕਾ ਲਿਆ ਨਾ, ਉਹਨਾਂ ਨੂੰ ਫਿਰ ਅਗਲੇ ਦਿਨ ਉੱਥੇ ਜਾਣ ਦੀ ਲੋੜ ਨਹੀਂ ਜੇ ਕੰਮ ਪੂਰਾ ਕਰਕੇ ਆ ਜਾਣ। ਸਾਹਿਬ ਕਹਿੰਦੇ ਗੁਰਮੁਖ ਜਨ ਇਸ ਸੰਸਾਰ 'ਚ ਆ ਕੇ ਆਤਮਾ ਬ੍ਰਹਮਾ ਰੂਪੀ ਵਸਤੂ ਨੂੰ ਆਪਣੇ ਹਿਰਦੇ ਘਰ ਵਿੱਚੋਂ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਕਾਰਜ ਸਾਰ ਕਰਕੇ, ਸਵਾਰ ਕਰਕੇ, ਸਫਲ ਕਰਕੇ ਪਰਲੋਕ ਨੂੰ ਚਲੇ ਜਾਂਦੇ ਹਨ। ਵਣ ਜਾਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ। ਵਣਜਾਰੇ ਕਹਿੰਦੇ ਵਪਾਰੀਆਂ, ਵਣਜਕਾਰ ਵਣਜ ਦਾ ਅਰਥ ਨਾਲ ਵਪਾਰ ਕਰਨ ਵਾਲਿਆਂ ਨੂੰ। ਵਣਜ ਕਰੋ ਵਪਾਰੀਓ ਵਖਰ ਵਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਇਹ ਗੁਰਮੁਖ ਜੀਵ ਰੂਪ ਵਣਜਾਰਿਓ ਵਣਜ ਕਰ ਲਓ, ਵਪਾਰ ਕਰ ਲਓ, ਉਸ ਵਸਤੂ ਦਾ ਵਣਜ ਕਰੋ ਜਿਹੜੀ ਨਾਲ ਨਿਭ ਜਾਏ। ਵਣਜਾਰਿਆਂ ਸਿਉ ਦਾ ਅਰਥ ਹੈ ਨਾਲ ਵਣਜ ਕਰ। ਗੁਰਮੁਖ ਵਣਜਾਰਿਆਂ ਵਪਾਰੀਆਂ ਨਾਲ ਭਾਈ ਨਾਮ ਦਾ ਵਣਜ ਕਰ ਲਓ। ਸ਼ਰਧਾ ਦੀ ਰਾਸ, ਸ਼ਰਧਾ ਦਾ ਭਾੜਾ, ਸ਼ਰਧਾ ਦੇ ਪੈਸੇ ਦੇ ਕੇ ਤੇ ਨਾਮ ਦਾ ਸੌਦਾ ਵਣਜ ਕਰ ਲਓ, ਖਰੀਦ ਲਓ। ਗੁਰਮੁਖ ਬ੍ਰਹਮ ਵਿਚਾਰ, ਮੁਖੀ ਗੁਰੂ ਦੁਆਰਾ ਬ੍ਰਹਮ ਦੀ ਵਿਚਾਰ ਪ੍ਰਾਪਤ ਹੁੰਦੀ ਤੇ ਸਾਹਿਬ ਕਹਿੰਦੇ ਇਹ ਬ੍ਰਹਮ ਦੀ ਵਿਚਾਰ ਹੀ ਨਾਮ ਦਾ ਸੌਦਾ ਹੈ। ਗੁਰਮੁਖ ਬ੍ਰਹਮ ਵਿਚਾਰ, ਗੁਰਮੁਖ ਜਨ ਫਿਰ ਉਸ ਬ੍ਰਹਮ ਦੀ ਵਿਚਾਰ ਕਰਦੇ ਹਨ। ਵਣਜਾਰੇ ਗੁਰਮੁਖ ਜਨਾਂ ਦੇ ਨਾਲ ਮਿਲ ਕਰਕੇ ਭਾਈ ਬ੍ਰਹਮ ਦੀ ਵਿਚਾਰ ਕਰ ਰੂਪੀ ਉਹ ਸੌਦਾ ਖਰੀਦ ਲਵੋ। ਸੰਤਾ ਸੰਗਤ ਪਾਈਐ ਜੇ ਵੇਲੇ ਵੇਲਣਹਾਰ। ਗੁਰਮੁਖਾਂ ਦੀ ਸੰਗਤ ਵਿੱਚ ਜਦੋਂ ਜਾ ਕਰਕੇ ਬ੍ਰਹਮ ਦੀ ਵਿਚਾਰ ਕੀਤੀ ਜਾਂਦੀ ਸੀ ਤੇ ਕਈ ਸਮਝਦੇ ਸਨ ਜੀ ਇਹ ਤਾਂ ਆਮ ਹੀ ਗੱਲਾਂ ਬਾਤਾਂ, ਤਾਂ ਆਮ ਹੀ ਬੋਲ ਗੀਤ ਹਨ। ਤੇ ਬਾਬਾ ਕਬੀਰ ਸਾਹਿਬ ਨੇ ਭੁਲੇਖਾ ਦੂਰ ਕਰ ਦਿੱਤਾ। ਲੋਕ ਜਾਣੇ ਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਤਾਂ ਭਾਈ ਬ੍ਰਹਮ ਦੀ ਵਿਚਾਰ ਹੈ। ਗੁਰਮੁਖਾਂ ਨਾਲ ਬੈਠ ਕੇ ਬ੍ਰਹਮ ਦੀ ਬਾਬਤ ਵਿਚਾਰ ਕਰਨੀ, ਗੱਲਾਂ ਕਰਨੀਆਂ। ਇਹ ਦੁਨੀਆ ਵਾਲੀਆਂ ਕਥਾ ਕਹਾਣੀਆਂ ਗੀਤ ਨਹੀਂ। ਸੰਤਾਂ ਸੰਗਤ ਪਾਈਏ, ਸ਼ਾਂਤ ਆਤਮਾ ਜਿਹੜੇ ਹੋ ਗਏ ਉਹਨਾਂ ਨੂੰ ਸੰਤ ਕਿਹਾ ਬਾਣੀ ਨੇ। ਗੁਰਮੁਖ ਜਨ ਉਹਨਾਂ ਦੀ ਸੰਗਤ ਵਿੱਚੋਂ ਪਾਇਆ ਜਾਂਦਾ ਜੇ ਮੇਲੇ ਮਿਲਣਹਾਰ। ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚੋਂ ਗੁਰੂ ਪ੍ਰਾਪਤ ਹੁੰਦਾ ਹੈ। ਭਾਈ ਅਗਲੇ ਦੀ ਸੰਗਤ ਬਾਬਾ ਵਿਧੀ ਚੰਦ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੰਗਤ ਵਿੱਚ ਲੈ ਆਏ। ਭਾਈ ਮਰਦਾਨਾ ਜੀ ਦੀ ਸੰਗਤ ਭਾਈ ਮਾਨਸਿਕ ਸ਼ਾਹੂਕਾਰ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਲੈ ਆਈ। ਦੇਵਤਿਆਂ ਦੀ ਸੰਗਤ ਵੀ ਕਈ ਵਾਰੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਲੈ ਜਾਂਦੀ। ਭਾਈ ਭਗੀਰਥ ਕਾਲੀ ਮਾਤਾ ਦਾ ਭਗਤ ਸੀ ਤੇ ਕਾਲੀ ਮਾਤਾ ਨੇ ਕਿਹਾ ਸੀ ਕਿ ਕਲਿਆਣ ਮੂਰਤੀ ਚਾਹੁੰਦਾ ਹੈ ਤੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਚਲਿਆ ਜਾ, ਮੈਂ ਤੈਨੂੰ ਮੂਰਤੀ ਨਹੀਂ ਦੇ ਸਕਦੀ, ਹਾਂ ਦੁਨੀਆ ਦੇ ਪਦਾਰਥ ਤੈਨੂੰ ਮਿਲ ਸਕਦੇ। ਤੇ ਭਾਈ ਭਗੀਰਥ ਜੀ ਦੇਵੀ ਦੀ ਪ੍ਰੇਰਨਾ ਨਾਲ ਹੀ ਉੱਥੇ ਜਾ ਪਹੁੰਚੇ ਸਨ। ਫਿਰ ਕਾਲ ਕਾਲੀ ਕਮਾਈ ਕੀਤੀ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸ਼੍ਰੋਮਣੀ ਸਿੱਖਾਂ ਵਿੱਚ ਉਹਦੀ ਗਿਣਤੀ ਹੈ। ਇਹ ਬਰਸੀਆਂ ਨਗਰ ਦਾ ਰਹਿਣ ਵਾਲਾ ਸੀ। ਸਾਹਿਬ ਕਹਿੰਦੇ ਜੇ ਮੇਲੇ ਮਿਲਣਹਾਰ, ਜੇ ਜਿਹੜਾ ਮਿਲਣਹਾਰ ਸਤਿਗੁਰੂ ਨਾ ਉਹ ਪਰਮਾਤਮਾ ਦੇ ਨਾਲ ਮੇਲੇ ਮਿਲਾਪ ਕਰਵਾ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਦੇ ਅਕਾਲ ਪੁਰਖ ਦੇ ਨਾਲ ਸਾਧੂ ਮਹਾਤਮਾ ਦੀ ਸੰਗਤ ਮਿਲਾਪ ਕਰਵਾਉਂਦੀ ਹੈ। ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ। ਇਹੋ ਜਿਹਾ ਗੁਰਮੁਖ ਜਨ ਫਿਰ ਮਿਲਿਆ ਹੋਇਆ ਕਦੇ ਵੀ ਵਿਛੜਦਾ ਨਹੀਂ, ਦੂਰ ਨਹੀਂ ਜਾਂਦਾ। ਜਿਸ ਦੇ ਅੰਦਰ ਅਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਗਈ ਹੈ। ਪ੍ਰਗਟੇ ਜੋਤ ਸਹਿਜ ਸੁਖ ਸੋਭਾ ਬਾਜੇ ਅਨੰਤ ਬਾਣੀ, ਸਭ ਮੈਂ ਜੋਤ ਜੋਤ ਹੈ ਸੋਏ। ਸੋ ਜੈਸੇ ਅੰਬ ਮਿਲਿਆ ਕੋਈ ਨਾ ਸਾਕੇ ਭਿੰਨ ਕਰ ਜੀਓ। ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਜਿਸ ਅੰਤਰ ਜੋਤ, ਜਿਸ ਦੇ ਅੰਦਰ ਆਤਮਾ ਦੀ ਜੋਤ ਪਰਮਾਤਮਾ ਦੇ ਨਾਲ ਮਿਲ ਗਈ। ਸਾਹਿਬ ਕਹਿੰਦੇ ਆਤਮਾ ਪ੍ਰਾਤਮਾ ਏਕੋ ਕਰੇ, ਅੰਦਰ ਕੀ ਦੁਬਦਾ ਅੰਦਰ ਮਾਰੇ, ਫਿਰ ਉਹ ਕਦੀ ਵਿਛੜਦਾ ਨਹੀਂ ਹੈ। ਉਹ ਮਿਲਾਪ ਸਦੀਵੀ ਹੋ ਜਾਂਦਾ ਹੈ।
ਸੱਚੇ ਆਸਨ ਸੱਚ ਰਹਿ ਸੱਚਾ ਪ੍ਰੇਮ ਪਿਆਰ। ਅਕਾਲ ਪੁਰਖ ਵਾਹਿਗੁਰੂ ਦਾ ਆਸਨ ਸੱਚਾ ਹੈ ਤੇ ਉਹਦੇ ਸੱਚੇ ਦੇ ਆਸਨ ਤੇ ਫਿਰ ਸੱਚਾ ਹੀ ਟਿਕ ਸਕਦਾ ਨਾ। ਕਿਹੜਾ? ਜਿਹੜਾ ਸੱਚੇ ਪ੍ਰੇਮ ਪਿਆਰ, ਸੱਚੇ ਦੇ ਪ੍ਰੇਮ ਤੇ ਪਿਆਰ ਵਿੱਚ ਭਿੱਜ ਜਾਂਦਾ, ਲੀਨ ਹੁੰਦਾ ਨਾ, ਸੱਚੇ ਦੇ ਆਸਨ ਤੇ ਵੀ ਟਿਕ ਸਕਦਾ। ਉਹਦਾ ਆਸਨ ਬੜਾ ਵਿਸ਼ਾਲ ਹੈ। ਕੁੜ ਧਰਤੀ ਕੁੜ ਪਾਣੀ ਆਸਨ 4 ਕੁੰਡ ਕਿਉ 12। ਬੜਾ ਵੱਡਾ ਉਹਦਾ ਆਸਨ ਹੈ। ਉਹਦਾ ਆਸਨ ਸਦਾ ਸਥਿਰ ਰਹਿਣ ਵਾਲਾ ਹੈ। ਬਾਦਸ਼ਾਹ ਦੇ ਆਸਨ ਸਭਾ ਜਿਹੜੀਆਂ ਵਿਛ ਜਾਂਦੀਆਂ ਤੇ ਵਲੇਟੀਆਂ ਜਾਂਦੀਆਂ, ਪਰ ਉਹਦਾ ਆਸਨ ਕਾਇਮ ਦਾਇਮ ਰਹਿਣ ਵਾਲਾ ਹੈ। ਸੱਚੇ ਦੇ ਆਸਨ ਤੇ ਸੱਚ ਰਹੇ, ਉਹ ਸੱਚਾ ਆਪ ਟਿਕਿਆ ਹੈ ਤੇ ਸੱਚੇ ਗੁਰਮੁਖ ਜਨ ਉੱਥੇ ਟਿਕਦੇ ਜਿਨ੍ਹਾਂ ਦੇ ਵਿੱਚ ਸੱਚੇ ਪ੍ਰੇਮ ਪਿਆਰ, ਸੱਚੇ ਪਰਮਾਤਮਾ ਦਾ ਪ੍ਰੇਮ ਤੇ ਪਿਆਰ ਹੈ। ਜਿਨੇ ਆਪ ਪਛਾਣਿਆ ਘਰ ਦਾ ਮਹਿਲ ਸੁਖਾਏ। ਜਿਨ੍ਹਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ, ਉਹਨਾਂ ਨੇ ਅੰਤਰ ਆਤਮੇ ਹਿਰਦੇ ਘਰ ਵਿੱਚ ਹੀ ਮਹਿਲ ਸੁਥਾਏ। ਸੋ ਥਾਏ ਦਾ ਅਰਥ ਸੋ ਸ੍ਰੇ ਠਾਏ ਦਾ ਅਰਥ ਹੈ ਜਗ੍ਹਾ। ਸੱਚ ਸਰੂਪ ਰੂਪੀ ਥਾਂ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ, ਅਥਵਾ ਜਿਨ੍ਹਾਂ ਨੂੰ ਸਾਧ ਸੰਗਤ ਰੂਪੀ ਸੱਚੀ ਥਾਂ ਪ੍ਰਾਪਤ ਹੋ ਗਈ, ਸੁੱਚੀ ਥਾਂ, ਮਹਾਨ ਥਾਂ, ਉਹਨਾਂ ਨੇ ਮਹਿਲ ਘਰ, ਮਹਿਲ ਹਿਰਦੇ ਘਰ ਰੂਪੀ ਮਹਿਲ ਨੂੰ, ਅੰਤਿਸ਼ਕਾਰ ਰੂਪੀ ਮਹਿਲ ਨੂੰ ਉਹਨਾਂ ਨੇ ਹਾਸਲ ਕਰ ਲਿਆ। ਭਾਵ ਸੱਚ ਸਰੂਪ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ। ਜਿਨੇ ਆਪ ਪਛਾਣਿਆ ਉਹਨਾਂ ਨੂੰ ਸੱਚੇ ਦਾ ਮਹਿਲ, ਸੱਚਾ ਤੇ ਸੁੱਚਾ ਥਾਂ ਪ੍ਰਾਪਤ ਹੋ ਜਾਂਦਾ ਹੈ। ਸੱਚੇ ਸੇਤੀ ਰਤਿਆ ਸੱਚੂ ਭੁੱਲੇ ਪਾਏ। ਜਿਹੜੇ ਸੱਚੇ ਦੇ ਸੇਤੀ ਨਾਲ ਰਤਿਆ, ਰੰਗੇ ਗਏ ਲੀਨ ਹੋ ਗਏ, ਨਾਮ ਦੇ ਜਪ ਵਿੱਚ ਜਿਹੜੇ ਭਿੱਜ ਗਏ, ਉਹ ਸੱਚੋ ਪੱਲੇ ਪਾਏ। ਬੁੱਧੀ ਰੂਪੀ ਪੱਲੇ ਤੇ ਸੱਚੇ ਪਰਮਾਤਮਾ ਨੂੰ ਪਾ ਲੈਂਦੇ। ਅੰਤਿਸ਼ਕਰਮ ਰੂਪੀ ਪੱਲੇ ਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਦਾਤ ਨੂੰ ਹਾਸਲ ਕਰ ਲੈਂਦੇ ਹਨ। ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ। ਉਹ ਤਿੰਨਾਂ ਭਵਨਾਂ ਦਾ ਮਾਲਕ ਵਾਹਿਗੁਰੂ ਸਾਰੇ ਥਾਵਾਂ ਤੇ ਜਾਣਿਆ ਜਾਂਦਾ ਹੈ। ਉਹ ਸਾਚੋ ਸੱਚਾ ਹੈ, ਸਾਚੇ ਨਾਏ, ਨਾਏ ਦਾ ਅਰਥ ਨਾਮਨੇ ਵਾਲਾ, ਵਡਿਆਈ ਵਾਲਾ ਹੈ। ਜਿਹੜਾ ਉਹਦੇ ਨਾਮ ਨਾਲ ਜੁੜ ਜਾਂਦਾ, ਸਾਹਿਬ ਕਹਿੰਦੇ ਉਹਨੂੰ ਵੀ ਸੱਚੀ ਸ਼ੋਭਾ ਨਾਮ ਨਾਲ ਪ੍ਰਾਪਤ ਹੋ ਜਾਂਦਾ ਹੈ। ਧੰਨ ਹਰੀ ਸੁਹਾਵਣੀ ਜਿਨ ਫਿਰ ਜਾਤਾ ਸੰਗ। ਉਹ ਤਿੰਨਾਂ ਭਵਨਾਂ ਦਾ ਮਾਲਕ। ਤੇਰੇ ਭਵਨ ਕਿਹੜੇ ਨੇ? ਇੱਕ ਥਾਂ ਜਿੱਥੇ ਅਸੀਂ ਬੈਠੇ, ਇੱਕ ਪਤਾਲ ਲੋਕ, ਇੱਕ ਆਕਾਸ਼ ਲੋਕ, ਜਿਹਨੂੰ ਸਵਰਗ ਲੋਕ ਵੀ ਕਹਿੰਦੇ। ਇਹ 3 ਭਵਨ ਨੇ। ਤਿੰਨਾਂ ਭਵਨ ਸੋ ਪ੍ਰਭ ਜਾਣੀਏ, ਉਹ ਪਰਮਾਤਮਾ ਹੀ ਜਾਣਿਆ ਜਾਂਦਾ। ਤਿੰਨਾਂ ਲੋਕਾਂ ਵਿੱਚ ਸੋ ਜਾਣ ਲਈਦਾ, ਵੇਖ ਲਈਦਾ ਹੈ। ਸਾ ਧਨ ਖਰੀ ਸੁਹਾਵਣੀ, ਸੁਹਾਵਣੀ ਦਾ ਅਰਥ ਹੈ ਸ਼ੋਭਨੀਕ, ਸੁੰਦਰ, ਸੋਹਣੀ, ਖੂਬਸੂਰਤ। ਸਾ ਧਨ ਦਾ ਅਰਥ ਹੈ ਸਾ ਉਹ ਧਨ ਵਾਲੀ ਇਸਤਰੀ। ਖਰੀ ਦਾ ਅਰਥ ਹੈ ਬਹੁਤੀ, ਉਹ ਬਹੁਤੀ ਸੁਹਾਵਣੀ ਸ਼ੋਭਨੀਕ ਹੈ। ਕਿਹੜੀ? ਜਿਨ ਫਿਰ ਜਾਤਾ ਸੰਗ, ਜਿਨਨੇ ਫਿਰ ਪਤੀ ਪਰਮਾਤਮਾ ਨੂੰ ਆਪਣੇ ਸੰਗ ਨਾਲ ਜਾਣ ਲਿਆ। ਮਹਿਲੀ ਲਹਿਰ ਬੁਲਾਈਐ ਸੋ ਫਿਰ ਰਾਵੇ ਰੰਗ। ਉਸ ਮਹਿਲੀ ਇਸਤਰੀ ਨੂੰ ਮਹਿਲ ਬੁਲਾਈਏ, ਮਾਲਕ ਆਪਣੇ ਮਹਿਲਾਂ 'ਚ ਬੁਲਾ ਲੈਂਦਾ ਹੈ। ਰੱਬ ਦੇ ਘਰ ਵਿੱਚ ਸੱਦਿਆ ਜਾਂਦਾ ਤੇ ਸੋ ਫਿਰ ਰਾਵੇ ਸੰਗ। ਉਹ ਪਰਮਾਤਮਾ ਉਸ ਜੀਵ ਰੂਪੀ ਇਸਤਰੀ ਨੂੰ ਰਾਵੇ ਦਾ ਅਰਥ ਹੈ ਮਾਣਦਾ ਹੈ, ਰੰਗ ਦਾ ਅਰਥ ਹੈ ਪ੍ਰੇਮ ਦੇ ਰੰਗ ਵਿੱਚ ਆ ਕੇ ਉਹ ਜੀਵ ਰੂਪ ਇਸਤਰੀ ਮਾਲਕ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਜਿਹਨੂੰ ਮਾਲਕ ਮਹਿਲਾਂ 'ਚ ਸੱਦ ਲੈਂਦਾ ਹੈ। ਸੱਚ ਸੁਹਾਗਣ ਸਾ ਭਰੀ ਫਿਰ ਮੋਹੀ ਗੁਣ ਸੰਗ। ਉਹ ਸੱਚ ਸੱਚਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦੇ ਨਾਲ ਜਿਹੜੇ ਜੀਵ ਰੂਪ ਇਸਤਰੀ ਜੁੜ ਗਈ ਨਾ, ਉਹ ਸੁਹਾਗਣ ਹੈ। ਸੁਹਾਗ ਭਾਗ ਵਾਲੀ, ਸਾ ਭਲੀ, ਸਾ ਉਹ ਭਲੀ ਹੈ, ਉਹ ਸੱਚੀ ਸੁਹਾਗਣ ਹੈ। ਜਿਹੜੇ ਸੱਚੇ ਨਾਲ ਜੁੜ ਗਈ ਤੇ ਉਹ ਭਲੀ ਨੇਕ ਹੈ। ਫਿਰ ਮੋਹੀ ਗੁਣ ਸੰਗ, ਫਿਰ ਪਰਮਾਤਮਾ ਨੇ ਮੋਹੀ ਮੋਹ ਨਹੀਂ। ਕਦੋਂ ਮੋਹ? ਜਦੋਂ ਗੁਣ ਸੰਗ, ਜਦੋਂ ਗੁਣਾਂ ਦੇ ਸੰਗ ਨਾਲ ਦੀ ਸਾਂਝ ਪਈ। ਸੋ ਗੁਣਾਂ ਦੇ ਦੁਆਰਾ ਉਹਦੇ ਹਿਰਦੇ 'ਚ ਸ਼ੁਭ ਗੁਣ, ਦੈਵੀ ਗੁਣ ਸਨ ਤੇ ਗੁਣਾਂ ਦਾ ਖਜ਼ਾਨਾ ਮਾਲਕ ਉਸ ਪਰਮਾਤਮਾ ਨੇ ਫਿਰ ਉਸ ਜੀਵ ਰੂਪ ਇਸਤਰੀ ਦੀ ਆਤਮਾ ਨੂੰ ਮੋਹ ਲਿਆ, ਅਥਵਾ ਉਹ ਜੀਵ ਰੂਪ ਇਸਤਰੀ ਪਰਮਾਤਮਾ ਦੇ ਪਿਆਰ ਵਿੱਚ ਮੋਹੀ ਗਈ, ਲੀਨ ਹੋ ਗਈ। ਗੁਣਾਂ ਦੀ ਧਾਰਨੀ ਹੋ ਕਰਕੇ, ਗੁਣਾਂ ਚੱਟੇ ਕਰਕੇ ਮਾਲਕ ਨਾਲ ਸਰੀਰੀ ਸਾਂਝ ਪਾ ਲਈ। ਭੁੱਲੀ ਭੁੱਲੀ ਥਲ ਚੜਾ ਥਲ ਚੜ ਡੁੱਕਰ ਜਾਓ। ਨਹੀਂ ਤਾਂ ਸਾਹਿਬ ਕਹਿੰਦੇ ਆ ਗਿਆਨਤਾ ਵਾਸ ਜਿਹੜੇ ਬੁੱਧ ਜੀਵ ਰੂਪ ਇਸਤਰੀ ਹੈ, ਭੁੱਲੀ 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 ਹੋਈ ਭਟਕਦੀ ਹੋਈ। ਥਲ ਦਾ ਅਰਥ ਹੈ ਬਾਰੂ ਥਲ, ਟਿੱਬਿਆਂ ਦੇ ਉੱਪਰ ਚੜ੍ਹਦੀ ਫਿਰਦੀ ਹੈ। ਟਿੱਬਿਆਂ ਦੀ ਨਿਆਈ ਦੇਵੀ ਦੇਵਤਿਆਂ ਦੀ ਪੂਜਾ ਕਰਦੀ ਹੈ।
ਚੜ੍ਹ ਡੂੰਗਰ ਜਾਓ, ਹਲ ਜਗ ਡੂੰਗਰ ਦਰਦ ਹੁੰਦਾ ਪਹਾੜ, ਪਹਾੜਾਂ ਦੇ ਵਿੱਚ ਚੜ੍ਹਦੀ ਹੈ ਸੁਰਤ, ਕਦੀ ਉੱਪਰ ਤੇ ਕਦੀ ਨੀਵੀਂ ਡਿੱਗਦੀ ਹੈ। ਬਾਹਰ ਮੁਖੀ ਹੋ ਕਰਕੇ ਕਈ ਤਰ੍ਹਾਂ ਦੀ ਪੂਜਾ ਤੇ ਸਾਧਨ ਕਰਦੀ ਹੈ। ਗਾਨ ਮਹਿ ਭੁੱਲੀ ਜੇ ਫਿਰਾ ਤਿਨ ਗੁਰ ਗੁਰੂ ਨੇ ਨਾ ਪਾਉ। ਇਹੋ ਜਿਹੀ ਜੇ ਬਿਸਤਰੀ ਬਨ ਮੈਂ ਭੁੱਲੀ, ਜੰਗਲ ਸੰਸਾਰ ਜੰਗਲ ਹੈ। ਬਨ ਦਾ ਅਰਥ ਹੁੰਦਾ ਜੰਗਲ, ਜੰਗਲ ਵਿੱਚ ਕੋਈ ਭੁੱਲ ਜਾਏ ਤਾਂ ਰਾਹ ਹੀ ਨਹੀਂ ਲੱਭਦਾ ਕਿੱਧਰ ਨਿਕਲਦਾ, ਕਿਉਂਕਿ ਮੀਲਾਂ ਦੇ ਮੀਲ ਜੰਗਲ ਹੋਵੇ ਬੰਦਾ ਗਵਾਚ ਹੀ ਜਾਂਦਾ। ਇਸੇ ਤਰ੍ਹਾਂ ਸੰਸਾਰ ਜੰਗਲ ਹੈ। ਬਨ ਮੈਂ ਭੁੱਲੀ ਜੇ ਫਿਰਾ, ਜੇਕਰ ਮੈਂ ਸੰਸਾਰ ਜੰਗਲ ਵਿੱਚ ਭੁੱਲੀ ਭਟਕੀ ਫਿਰਾਂ, ਖੁਆਰ ਹੋਵਾਂ ਬਿਨ ਗੁਰ ਬੂਝ ਨਾ ਪਾਓ। ਬਿਨਾ ਸਤਿਗੁਰੂ ਤੋਂ ਬੂਝ ਦਾ ਅਰਥ ਹੈ ਸਮਝ ਗਿਆਤ ਨਾ ਪਾਓ, ਨਹੀਂ ਪ੍ਰਾਪਤ ਹੁੰਦੇ। ਗੁਰੂ ਤੋਂ ਬਿਨਾ ਭਾਉ ਭਗਤੀ ਤੇ ਬੰਦਗੀ ਦਾ ਮਾਰਗ ਪ੍ਰਾਪਤ ਨਹੀਂ ਹੁੰਦਾ। ਨਾਮ ਭੁੱਲੀ ਜੇ ਫਿਰਾ ਤਿਨ ਦਰਿਆ ਬੁਝਾਉ। ਸਾਹਿਬ ਕਹਿੰਦੇ ਜੇਕਰ ਮੈਂ ਨਾਮ ਤੋਂ ਭੁੱਲੀ ਫਿਰਦੀ ਰਹੀ ਨਾ, ਇਹ ਜੀਵ ਰੂਪ ਇਸਤਰੀ ਨਾਮ ਤੋਂ ਟੁੱਟ ਕੇ ਜੂਨਾਂ ਵਿੱਚ ਫਿਰਨਾ ਪਵੇਗਾ। ਫਿਰ ਆਓ ਜਾਓ, ਫਿਰ ਵਾਰ ਆਵੋ, ਜਨਮ ਲੈ ਕੇ ਆਉਣਾ ਤੇ ਜਾਓ ਮਰ ਕੇ ਜਾਣਾ। ਬਾਣੀ ਅੰਦਰ ਸਾਹਿਬਾਂ ਨੇ ਵਾਰ ਜ਼ਿਕਰ ਕੀਤਾ ਹੈ। ਲੱਖ 84 ਜੋਨ ਸੁਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏ ਨਾ। ਸੋ ਆਉਣਾ ਜਾਣਾ ਸਾਹਿਬ ਕਹਿੰਦੇ ਫਿਰ ਲੱਗਾ ਰਹੇਗਾ। ਕੁਛ ਹੋ ਜਾਏ ਪਧਾਰੂਆ ਚੱਲੇ ਚਾਕਰ ਹੋਵੇ। ਉਹਨਾਂ ਪਧਾਰੂਆਂ ਤੋਂ ਆਤਮ ਮਾਰਗ ਦੇ ਪਾਂਧੀਆਂ ਤੋਂ ਜਾ ਕੇ ਪੁੱਛੋ। ਪਧਾਰੂ ਕਹਿੰਦੇ ਨੇ ਰਾਹਗੀਰ, ਜਿਹੜਾ ਰਾਹ ਤੇ ਤੁਰਦਾ ਹੋਵੇ ਉਹਨੂੰ ਪਧਾਰੂਆ ਕਿਹਾ ਜਾਂਦਾ ਹੈ। ਸੋ ਉਹਨਾਂ ਗੁਰਮੁਖ ਜਨਾਂ ਨੂੰ ਆਤਮ ਮਾਰਗ ਦੇ ਪਾਂਧੀਆਂ ਨੂੰ ਜਾ ਕੇ ਪੁੱਛੋ, ਜਿਹੜੇ ਚੱਲੇ ਚਾਕਰ ਹੋਏ ਸੇਵਕ ਬਣ ਕੇ ਆਤਮਾ ਦੇ ਮਾਰਗ ਤੇ ਗੁਰੂ ਦੇ ਰਾਹ ਤੇ ਤੁਰਦੇ ਨੇ, ਉਹਨਾਂ ਨੂੰ ਜਾ ਕਰਕੇ ਆਤਮਾ ਦਾ ਮਾਰਗ ਰਾਹ ਪੁੱਛਣਾ ਕਰੋ। ਰਾਜਨ ਜਾਣੈ ਆਪਣਾ ਕਰ ਕਰ ਠਾਕ ਨਾ ਹੋਏ। ਤੇ ਜਦੋਂ ਨਾ ਗੁਰਮੁਖਾਂ ਨੇ ਦੱਸ ਦਿੱਤਾ ਨਾ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਰਾਜਿਆਂ ਦਾ ਰਾਜਾ, ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਨਿਵਾਜਾ। ਦੁਨੀਆ ਦੇ ਬਾਦਸ਼ਾਹ ਝੂਠੇ ਵਿਖਾਵੇ ਕਰਦੇ ਨੇ। ਰਾਜਨ ਜਾਣੇ, ਰਾਜਨ ਦਾ ਅਰਥ ਹੈ ਰਾਜਾ ਬਾਦਸ਼ਾਹ। ਜਿਹੜੀ ਜੀਵ ਨੂੰ ਬਿਸਤਰੀ ਸੱਚੇ ਰਾਜਨ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦੀ ਨਾ ਕਿ ਉਹ ਮੇਰਾ ਆਪਣਾ ਹੈ, ਉਹਨੂੰ ਫਿਰ ਮਾਲਕ ਦੇ ਘਰ ਵਿੱਚ ਦਾਰ ਘਰ ਠਾਕ ਨਾ। ਠਾਕ ਦਰਦ ਦਾ ਰੋਗ ਰੁਕਾਵਟ। ਜਿਹੜੀ ਮਾਲਕ ਰਾਜੇ ਨਾਲ ਜੁੜ ਗਈ ਉਹਦੀ ਪਟਰਾਣੀ ਬਣ ਗਈ। ਸਾਹਿਬ ਕਹਿੰਦੇ ਉਸ ਗੁਰਮੁਖ ਜੀਵ ਇਸਤਰੀ ਨੂੰ ਜੋ ਮਾਲਕ ਰਾਜਾ ਪਰਮੇਸ਼ਰ ਹੈ, ਉਹਦੇ ਸੱਚਖੰਡ ਰੂਪੀ ਮਹਿਲ ਵਿੱਚ ਜਾਂਦੇ ਆਉਂਦੇ ਆ ਕਦੀ ਕੋਈ ਠਾਕ ਨਹੀਂ ਪਾਉਂਦਾ, ਕੋਈ ਰੋਕ ਨਹੀਂ ਪੈਂਦੀ। ਨਾਨਕ ਏਕੋ ਰਬ ਰਹਿਆ ਦੂਜਾ ਅਵਰ ਨਾ ਕੋਈ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਕਿਸੇ ਕੋਈ ਹੈ ਜਿਹੜਾ ਸਾਰੇ ਥਾਵਾਂ ਤੇ ਰੱਬ ਰਹਿਆ ਦਾ ਅਰਥ ਹੁੰਦਾ ਹੈ ਵਿਆਪਕ ਹੋ ਰਿਹਾ, ਪਰਿਪੂਰਨ ਹੋ ਰਿਹਾ। ਜੈ ਜੈ ਵੇਖੋ ਤਹਿ ਹਜੂਰ ਦੂਰ ਕਤੋ ਨਾ ਜਾਈ। ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸਾਰਿਆਂ ਵਿੱਚ ਹੀ ਰੱਬ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਨ। ਜਲ ਥਲ ਮਈਲ ਰਹਿਆ ਭਰਪੂਰ, ਨਿਕਟ ਵਸੇ ਨਾਹੀ ਪ੍ਰਭ ਦੂਰ। ਉਹ ਅਕਾਲ ਪੁਰਖ ਸਾਹਿਬ ਕਹਿੰਦੇ ਇੱਕੋ ਰੱਬ ਰਹਿਆ, ਸਾਰਿਆਂ ਵਿੱਚ ਇੱਕੋ ਪਰਿਪੂਰਨ ਹੋ ਰਿਹਾ ਹੈ, ਦੂਜਾ ਅਵਰ ਨ ਕੋਏ। ਉਸ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ ਜਿਹੜਾ ਜੀਵ ਦੀ ਕਲਿਆਣ ਕਰਨ ਦੀ, ਸੁੱਖ ਦੇਣ ਦੀ ਜੀਵ ਨੂੰ ਸਮਰੱਥਾ ਰੱਖਦਾ ਹੋਵੇ। ਆਈਏ ਸਾਹਿਬਾਂ ਕਿਹਾ ਕਿ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰਹਿ ਸੋ ਹੋਏ। ਦੂਜਾ ਅਵਰਦਾਰ ਹੁੰਦਾ ਹੋਰ, ਤੇਰੇ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ ਜਿਹੜਾ ਜ਼ਿੰਦਗੀ ਦੀ ਨੌਕਾ ਡੁੱਬਦੀ ਹੋਏ ਨੂੰ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦੇਵੇ, ਜੀਵਨ ਵਿੱਚ ਸੁੱਖ ਦੇ ਦੇਵੇ ਤੇ ਦੁੱਖਾਂ ਦਾ ਅੰਤ ਕਰ ਦੇਵੇ। ਤੇਰੇ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ ਹੈ ਜਿਹੜਾ ਸਾਡੀ ਬਿਰਤੀ ਦੀ ਬਾਹ ਫੜ ਕਰਕੇ ਸੰਸਾਰ ਭੌਂਜਲ ਤੋਂ ਪਾਰ ਲੰਘਾ ਦੇਵੇ। ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਿਰਪਾ ਕਰਨ। ਪਰਮਾਤਮਾ ਦੇ ਮਿਲਾਪ ਦਾ ਸਾਧਨ ਦੱਸਿਆ ਹੈ ਸ਼ੁਭ ਗੁਣ ਨੈਲੀ ਗੁਣ। ਜੇਕਰ ਉਹ ਗੁਣ ਹਿਰਦੇ ਵਿੱਚ ਹੋਣ ਤੇ ਸਾਹਿਬ ਕਹਿੰਦੇ ਗੁਰੂ ਦੀ ਮੱਤ ਦੁਆਰਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ। ਅਵਗੁਣਾਂ ਦੇ ਵੱਲੋਂ ਤਿਆਗ ਹੋ ਕਰਕੇ ਹੀ ਮਾਲਕ ਵਿੱਚ ਸਦੀਵੀ ਲੀਨਤਾ ਪ੍ਰਾਪਤ ਹੁੰਦੀ। ਮਾਲਕ ਨਾਲ ਸਦੀਵੀ ਸਾਂਝ ਕਾਇਮ ਹੁੰਦੀ, ਉਹ ਸੁੱਖ ਪ੍ਰਾਪਤ ਹੁੰਦਾ ਹੈ ਜਿਹੜਾ ਕਿਸੇ ਤਰ੍ਹਾਂ ਕਦੀ ਦੁੱਖ ਰੂਪ ਨਹੀਂ ਬਣਦਾ, ਦੁੱਖ ਵਿੱਚ ਨਹੀਂ ਬਦਲਦਾ। ਇਹੋ ਜਿਹੀ ਦ੍ਰਿਸ਼ਟੀ ਮਿਲਦੀ ਹੈ
उस दृष्टि द्वारा दिसता है कि परमात्मा एको ही है ਜਿਹੜਾ ਸਾਰਿਆਂ ਵਿੱਚ परिपूर्ण ਤੇ ਵਿਆਪਕ ਹੋ ਰਿਹਾ ਹੈ। ਉਸ ਤੋਂ ਬਿਨਾਂ ਕੋਈ ਦੂਜਾ ਹੋਰ ਸਹਾਇਤਾ ਕਰਨ ਵਾਲਾ ਨਹੀਂ, ਉਸ ਦੇ ਬਰਾਬਰ ਕੋਈ ਸਮਰੱਥਾ ਤੇ ਸ਼ਕਤੀ ਵਾਲਾ ਨਹੀਂ। ਸਾਹਿਬ ਜੀ ਕਿਰਪਾ ਕਰ ਸਾਹਿਬਾਂ ਦਾ ਪਾਵਨ ਤੇ ਸਾਡੇ ਹਿੱਤੇ ਵਿੱਚ ਵਸਦੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਜੀ। ਅੰਤਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਰਾਜਨ ਜਾਣੈ ਆਪਣਾ ਕਰ ਕਰ ਠਾਕ ਨਾ ਹੋਏ, ਨਾਨਕ ਏਕੋ ਰਹਾਇਆ ਦੂਜਾ ਅਮਰ ਨਾ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਗਲੀਆਂ ਵਾਧਾਈਆਂ। ਰਾਗ ਰਤਨ ਪ੍ਰਭਾਤ ਪਈਆਂ ਸ਼ਬਦ ਗਾਵਣ ਆਈਆਂ, ਸ਼ਬਦ ਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ